सरफरोशी की तमन्ना अब हमारे दिल में है, देखना है जोर कितना बाजुए कातिल में है। भगत सिंह होणां दियां ਇਹ ਸਤਰਾਂ ਜਿਨ੍ਹਾਂ ਨੇ ਭਾਰਤੀ ਕ੍ਰਾਂਤੀਕਾਰੀਆਂ ਨੂੰ ਅੰਗਰੇਜ਼ ਹਕੂਮਤ ਵਿਰੁੱਧ ਜੋਸ਼ ਨਾਲ ਭਰ ਦਿੱਤਾ ਸੀ, ਅੱਜ ਵੀ ਗੂੰਜਣ ਦੇ ਸਮਰੱਥ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਦੇਸ਼ ਦੀ ਆਜ਼ਾਦੀ ਲਈ ਕਈ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ, ਫਿਰ ਜਾ ਕੇ ਅਸੀਂ ਆਜ਼ਾਦ ਹੋਏ ਹਾਂ ਤੇ ਬੇਖੌਫ ਜ਼ਿੰਦਗੀ ਜੀ ਰਹੇ ਹਾਂ। 23 ਮਾਰਚ ਨੂੰ 3 ਅਜਿਹੇ ਸੂਰਬੀਰਾਂ ਦੀ ਸ਼ਹਾਦਤ ਦਿਵਸ ਦੇ ਰੂਪ 'ਚ ਜਾਣਿਆ ਜਾਂਦਾ ਹੈ, ਜਿਨ੍ਹਾਂ ਦੀ ਕੁਰਬਾਨੀ ਨੇ ਦੇਸ਼ ਦੀ ਨੌਜਵਾਨਾਂ 'ਚ ਆਜ਼ਾਦੀ ਲਈ ਅਥਾਹ ਜਾਗ੍ਰਿਤੀ ਪੈਦਾ ਕੀਤੀ। ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਅੰਗਰੇਜ਼ ਸਰਕਾਰ ਨੇ 23 ਮਾਰਚ ਨੂੰ ਫਾਂਸੀ ਤੇ ਚੜਾ ਦਿੱਤਾ। ਇਹਨਾਂ ਯੋਧਿਆਂ ਨੂੰ ਫਾਂਸੀ ਦੀ ਸਜ਼ਾ ਦੇ ਕੇ ਅੰਗਰੇਜ਼ ਸਰਕਾਰ ਸਮਝਦੀ ਸੀਗੀ ਕਿ ਭਾਰਤ ਦੇ ਲੋਕ ਡਰ ਜਾਣਗੇ ਤੇ ਆਜ਼ਾਦੀ ਜਿਹੜੀ ਹੈ ਉਸ ਦੀ ਭਾਵਨਾ ਨੂੰ ਭੁੱਲ ਕੇ ਵਿਦਰੋਹ ਨਹੀਂ ਕਰਨਗੇ। ਇਸ ਸ਼ਹਾਦਤ ਤੋਂ ਬਾਅਦ ਦੇਸ਼ ਦੀ ਜਨਤਾ ਤੇ ਆਜ਼ਾਦੀ ਲਈ ਖੁਦ ਨੂੰ ਕੁਰਬਾਨ ਕਰਨ ਦਾ ਅਜਿਹਾ ਰੰਗ ਚੜ੍ਹਿਆ ਕਿ ਦੇਸ਼ ਦੇ ਹਜ਼ਾਰਾਂ ਸਪੂਤਾਂ ਨੇ ਅੰਗਰੇਜ਼ਾਂ ਖਿਲਾਫ ਜੰਗ ਛੇੜ ਦਿੱਤੀ। ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ, ਜੋ ਹੁਣ ਪਾਕਿਸਤਾਨ ਵਿੱਚ ਹੈ, ਉੱਥੇ ਹੋਇਆ। ਸ਼ਹੀਦ ਆਜ਼ਮ ਭਗਤ ਸਿੰਘ ਹੁਣਾਂ ਦੀ ਜੱਦੀ ਹਵੇਲੀ ਤੁਹਾਨੂੰ ਦਿਖਾਉਂਦੇ ਹਾਂ। ਉਸ ਹਵੇਲੀ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਹੁਣਾਂ ਦੇ ਜਨਮ ਵੇਲੇ ਦੀਆਂ ਬਹੁਤ ਸਾਰੀਆਂ ਯਾਦਾਂ ਅੱਜ ਵੀ ਤਾਜ਼ਾ ਨੇ। ਕੌਣ ਇਸ ਹਵੇਲੀ ਦੀ ਦੇਖ ਰੇਖ ਕਰ ਰਿਹਾ, ਕਿਵੇਂ ਸਾਰਾ ਕੰਮ ਉੱਥੇ ਹੁੰਦਾ ਹੈ, ਕਿਹੜੀਆਂ ਯਾਦਾਂ ਉੱਥੇ ਮੌਜੂਦ ਨੇ, ਇਸ ਬਾਰੇ ਸਾਰੀ ਜਾਣਕਾਰੀ ਸਾਡੀ ਪੰਜਾਬ ਮੇਲ USA ਦੀ ਟੀਮ ਤੁਹਾਨੂੰ ਦੇਗੀ। ਗੁਰਜਤਿੰਦਰ ਸਿੰਘ ਰੰਧਾਵਾ ਪੰਜਾਬ ਮੇਲ USA TV ਦੇ CEO ਬਹੁਤ ਸਮਾਂ ਪਹਿਲਾਂ ਪਾਕਿਸਤਾਨ ਗਏ ਸਨ, ਉੱਥੇ ਉਹਨਾਂ ਨੇ ਗੱਲਬਾਤ ਵੀ ਕੀਤੀ ਤੇ ਜਾਣਕਾਰੀ ਵੀ ਹਾਸਲ ਕੀਤੀ। ਇਹ ਹੈ ਪਾਕਿਸਤਾਨ ਦੇ ਜ਼ਿਲ੍ਹੇ ਲਾਇਲਪੁਰ ਦੇ ਪਿੰਡ ਚੱਕ ਨੰਬਰ 105 ਬੰਗੇ ਦਾ ਨਜ਼ਾਰਾ। ਜੜਾਂਵਾਲਾ ਰੋਡ ਤੇ ਸਥਿਤ ਜ਼ਿਲ੍ਹਾ ਲਾਇਲਪੁਰ ਤੇ ਉਹਦੇ ਇਸ ਪਿੰਡ ਬੰਗੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਹੋਇਆ ਸੀ। ਇਸੇ ਪਿੰਡ ਦੀਆਂ ਗਲੀਆਂ ਤੇ ਇਸੇ ਘਰ ਦੀਆਂ ਕੰਧਾਂ ਗਵਾਹ ਨੇ ਭਗਤ ਸਿੰਘ ਦੇ ਜਨੂਨ ਦੀਆਂ, ਉਹਦੇ ਸਿਰੜ ਦੀਆਂ, ਉਹਦੀ ਘਾਲਣਾ ਦੀਆਂ। ਚੱਕ ਨੰਬਰ 105 ਪਿੰਡ ਬੰਗੇ ਵਿੱਚ ਆਪਣੇ ਖੇਤਾਂ ਵਿੱਚ ਬਾਲੜੀ ਜਿਹੀ ਉਮਰ ਦਾ ਭਗਤ ਸਿੰਘ ਬੰਦੂਕ ਦੱਬ ਰਿਹਾ ਸੀ ਤੇ ਜਦੋਂ ਉਹਦੇ ਪਿਤਾ ਨੇ ਪੁੱਛਿਆ ਕਿ ਬੰਦੂਕ ਕਿਉਂ ਦੱਬ ਰਿਹਾ, ਤਾਂ ਭਗਤ ਸਿੰਘ ਦਾ ਜਵਾਬ ਸੀ ਕਿ ਬੰਦੂਕ ਬੀਜਾਂਗੇ, ਫੇਰ ਬੰਦੂਕਾਂ ਦੀ ਫਸਲ ਹੋਏਗੀ ਤੇ ਫੇਰ ਉਹਨਾਂ ਬੰਦੂਕਾਂ ਨਾਲ ਅਸੀਂ ਗੋਰੀ ਹਕੂਮਤ ਨਾਲ ਲੜ ਸਕਾਂਗੇ। ਸਾਲ 1919 ਵਿੱਚ ਜਦੋਂ ਅੰਮ੍ਰਿਤਸਰ ਵਿੱਚ ਜਲਿਆਂਵਾਲੇ ਬਾਗ ਦਾ ਸਾਕਾ ਹੋਇਆ ਸੀ, ਤਾਂ ਭਗਤ ਸਿੰਘ ਉਸ ਵੇਲੇ 12 ਸਾਲਾਂ ਦਾ ਸੀ। ਉਸ ਵੇਲੇ ਉਹ ਵੀ ਉੱਥੇ ਸੀ ਤੇ ਇਸ ਸਾਕੇ ਤੋਂ ਬਾਅਦ ਜਲਿਆਂਵਾਲੇ ਬਾਗ ਦੀ ਮਿੱਟੀ ਉਹ ਆਪਣੀ ਜੇਬ ਵਿੱਚ ਪਾ ਕੇ ਲਿਆਇਆ ਸੀ ਤੇ ਆਪਣੇ ਪਿੰਡ ਆ ਕੇ ਉਹਨੇ ਇਹ ਮਿੱਟੀ ਆਪਣੇ ਪਿਤਾ ਨੂੰ ਵਿਖਾਉਂਦਿਆਂ ਕਿਹਾ ਸੀ ਕਿ ਇਹ ਮਿੱਟੀ ਉਹਨੂੰ ਚੇਤਾ ਕਰਾਉਂਦੀ ਰਹੇਗੀ ਕਿ ਉਹਨੇ ਗੋਰੀ ਹਕੂਮਤ ਤੋਂ ਬਦਲਾ ਲੈਣਾ ਹੈ। ਭਗਤ ਸਿੰਘ ਦੇ ਇਸ ਘਰ ਵਿੱਚੋਂ ਉਸ ਦੇ ਵਜੂਦ ਦੀ ਮਹਿਕ ਆਉਂਦੀ ਹੈ। ਦੇਸ਼ ਪ੍ਰੇਮ ਦੇ ਪ੍ਰਤੀ ਉਸ ਦੇ ਸੱਚੇ ਸੁੱਚੇ ਤੇ ਉੱਚੇ ਜਜ਼ਬੇ ਦਾ ਝਲਕਾਰਾ ਦਿੰਦੀ ਹੈ। ਇਸੇ ਲਈ ਤਾਂ ਅੱਜ ਕੱਲ੍ਹ ਚੌਧਰੀ ਸਾਕਿਬ ਵਿਰਕ, ਜੋ ਕਿ ਇਸ ਹਵੇਲੀ ਦੀ ਬੜੇ ਤਨ ਮਨ ਨਾਲ ਦੇਖਭਾਲ ਕਰ ਰਹੇ ਨੇ, ਇਸ ਹਵੇਲੀ ਦੀ ਸੇਵਾ ਕਰਦਿਆਂ ਉਹਨਾਂ ਨੂੰ ਇੱਕ ਅਜੀਬ ਕਿਸਮ ਦਾ ਸਕੂਨ ਮਿਲਦਾ ਹੈ। ਉਹਨਾਂ ਦੇ ਦਾਦਾ ਜੀ ਨੂੰ ਇਹ ਹਵੇਲੀ ਮਿਲੀ ਸੀ ਤੇ ਸਾਕਿਬ ਚੌਧਰੀ ਵਿਰਕ ਹੋਰਾਂ ਨੇ ਇਸ ਹਵੇਲੀ ਨੂੰ ਮਿਊਜ਼ੀਅਮ ਵਿੱਚ ਤਬਦੀਲ ਕਰ ਦਿੱਤਾ ਹੈ। ਵਾਕਈ ਇਹ ਘਰ ਪੂਜਨੀਕ ਹੈ, ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਯਾਦਾਂ ਜ਼ਿੰਦਾ ਨੇ, ਜਿੱਥੇ ਉਹਨਾਂ ਨੂੰ ਦੇਸ਼ ਭਗਤੀ ਤੇ ਦੇਸ਼ ਲਈ ਮਰ ਮਿਟਣ ਦੀ ਗੁੜਤੀ ਆਪਣੇ ਪੂਰੇ ਪਰਿਵਾਰ ਚੋਂ ਮਿਲੀ। ਚਾਚਾ ਅਜੀਤ ਸਿੰਘ ਨੇ ਉਹਨਾਂ ਦੀ ਰਗ ਰਗ ਵਿੱਚ ਇਨਕਲਾਬ ਦਾ ਗੀਤ ਭਰਿਆ ਸੀ। ਪਗੜੀ ਸੰਭਾਲ ਜੱਟਾ ਲਹਿਰ ਉਹਨਾਂ ਦੇ ਚਾਚਾ ਨੇ ਹੀ ਚਲਾਈ ਸੀ। ਗੋਰੀ ਹਕੂਮਤ ਤੋਂ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਸੁਪਨੇ ਉਹਨਾਂ ਨੇ ਇਸੇ ਘਰ ਵਿੱਚ ਹੀ ਵੇਖੇ ਸਨ।
ਆਜ਼ਾਦ ਭਾਰਤ ਵਿੱਚ ਹਰ ਕਿਸੇ ਨੂੰ ਉਸ ਦਾ ਬਣਦਾ ਹੱਕ ਦੇਣ ਦਾ ਸੁਪਨਾ ਸ਼ਹੀਦ ਭਗਤ ਸਿੰਘ ਨੇ ਇਸੇ ਜ਼ਿਲ੍ਹੇ, ਇਸੇ ਪਿੰਡ, ਇਸੇ ਘਰ ਵਿੱਚ ਵੇਖਦਿਆਂ ਨੌਜਵਾਨ ਸਭਾ ਬਣਾਈ ਸੀ। ਆਮ ਤੌਰ ਤੇ ਇਹ ਸਮਝਿਆ ਜਾਂਦਾ ਹੈ ਜਾਂ ਮੁਗਾਲਤਾ ਲੱਗ ਜਾਂਦਾ ਹੈ ਕਿ ਭਗਤ ਸਿੰਘ ਦਾ ਜਨਮ ਭਾਰਤ ਦੀ ਧਰਤੀ ਤੇ ਬੰਗੇ ਜ਼ਿਲ੍ਹੇ ਦੇ ਖਟਕੜ ਕਲਾਂ ਪਿੰਡ ਵਿੱਚ ਹੋਇਆ ਸੀ, ਜਦਕਿ ਇਸ ਤਰ੍ਹਾਂ ਨਹੀਂ ਹੈ। ਭਗਤ ਸਿੰਘ ਦਾ ਸਾਰਾ ਬਚਪਨ, ਸਾਰਾ ਜੀਵਨ, ਸਾਰਾ ਸੰਘਰਸ਼ ਪਾਕਿਸਤਾਨ ਦੇ ਜ਼ਿਲ੍ਹੇ ਲਾਇਲਪੁਰ, ਜਿਸ ਨੂੰ ਅੱਜਕੱਲ ਫੈਸਲਾਬਾਦ ਕਿਹਾ ਜਾਂਦਾ ਹੈ, ਇਸ ਜ਼ਿਲ੍ਹੇ ਦੇ ਪਿੰਡ ਚੱਕ ਨੰਬਰ 105 ਬੰਗੇ ਵਿੱਚ ਹੋਇਆ ਸੀ, ਜੋ ਕਿ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਸਥਾਨ ਹੈ। ਅੱਜ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ, ਜਿਨ੍ਹਾਂ ਨੂੰ ਕਿ ਤੁਸੀਂ ਸਾਰੇ ਜਾਣਦੇ ਹੋ, ਉਹਨਾਂ ਦੇ ਪਿੰਡ, ਉਹਨਾਂ ਦੀ ਹਵੇਲੀ ਵਿੱਚ ਪਹੁੰਚੇ ਹਾਂ, ਜਿੱਥੇ ਸਾਨੂੰ ਜਨਾਬ ਵਿਰਕ ਸਾਹਿਬ, ਜਿਹੜੇ ਚੌਧਰੀ ਸਾਕਬ ਵਿਰਕ, ਜਿਹੜੇ ਸਾਨੂੰ ਮਿਲੇ ਆ, ਜਿਹੜੇ ਅੱਜ ਹਵੇਲੀ ਦੇ ਇੱਥੇ ਓਨਰ ਆ। ਉਹ ਕੁਦਰਤੀ ਸਾਨੂੰ ਅੱਜ ਉਹਨਾਂ ਦੇ ਦਰਸ਼ਨ ਹੋਏ। ਇੱਕ ਲਵਲੀ ਸਿੰਘ ਸਾਡੇ ਦੋਸਤ ਆ ਨਨਕਾਣਾ ਸਾਹਿਬ ਤੋਂ, ਉਹਨਾਂ ਨੇ ਸਾਨੂੰ ਦੱਸਿਆ, ਤੇ ਇੱਕ ਰਬੀਨਾ ਜੀ ਆ ਸਾਡੇ ਅਮਰੀਕਾ ਤੋਂ, ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਸਾਕਬ ਸਾਹਿਬ ਨੂੰ ਜ਼ਰੂਰ ਮਿਲਿਓ। ਉਹਨਾਂ ਕੋਲ ਜਿਹੜੀ ਇਸ ਵੇਲੇ ਹਵੇਲੀ ਆ ਆਪਣੇ ਸ਼ਹੀਦ ਆਜ਼ਮ ਭਗਤ ਸਿੰਘ ਦੀ, ਉਹਨਾਂ ਕੋਲ ਆ। ਸਾਕਬ ਸਾਹਿਬ, ਚੌਧਰੀ ਸਾਕਬ ਵਿਰਕ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਸਾਡੇ ਮਹਾਨ ਸ਼ਹੀਦ ਨੂੰ ਤੁਸੀਂ ਉਹਨਾਂ ਦੀ ਜਿੰਨੀਆਂ ਵੀ ਯਾਦਗਾਰਾਂ ਉਹ ਸੰਭਾਲ ਕੇ ਰੱਖੀਆਂ। ਤੇ ਅਸੀਂ ਚਾਹਾਂਗੇ ਕੁਛ ਜਾਣਕਾਰੀ ਤੁਹਾਡੇ ਤੋਂ ਹਾਸਲ ਕਰਕੇ, ਸਾਡੇ ਜਿਹੜੇ ਅਮਰੀਕਾ ਲੋਕ ਰਹਿੰਦੇ ਆ ਜਾਂ ਹੋਰ ਵਰਲਡ ਵਾਈਡ ਲੋਕ ਰਹਿੰਦੇ ਆ, ਉਹ ਇਸ ਹਵੇਲੀ ਬਾਰੇ ਅਸੀਂ ਕੁਝ ਜਾਣਕਾਰੀ ਉਹਨਾਂ ਨੂੰ ਦੇ ਸਕੀਏ। ਬਿਲਕੁਲ ਜ਼ਰੂਰ ਜੀ ਸਰ ਜੀ, ਵੈਲਕਮ ਜੀ ਆਇਆਂ ਨੂੰ। ਤੇ ਆਓ ਤੁਹਾਨੂੰ ਨਾਲ ਵਿਜ਼ਿਟ ਕਰਾਉਂਦੇ ਆ, ਨਾਲ ਤੁਹਾਨੂੰ ਬਰੀਫਿੰਗ ਦਿੰਦੇ ਆ ਜਨਾਬ। ਵਿਰਕ ਸਾਹਿਬ, ਤੁਹਾਡਾ ਤਾਂ ਜਨਮ ਮੇਰੇ ਖਿਆਲ 47 ਤੋਂ ਬਾਅਦ ਹੀ ਹੋਇਆ। ਸਾਡਾ ਵੀ 70 ਹੈ। ਹਾਂਜੀ, ਤੇ ਤੁਹਾਡੇ ਫਿਰ ਕਿਸ ਤਰ੍ਹਾਂ ਵਾਲਦ ਬਜ਼ੁਰਗ ਜਿਹੜੇ ਸੀ ਉਹ ਇੱਥੇ ਆਏ ਸੀ? ਹਾਂਜੀ, ਇਹ ਮੇਰੇ ਜੋ ਦਾਦਾ ਮੂਸਾ ਨਾ ਜੀ, ਚੋਰੀ ਫਜ਼ਲ ਕਾਦਰ ਵਿਰਕ ਸਾਹਿਬ। ਅੱਛਾ ਜੀ। ਉਹਨਾਂ ਨੂੰ ਇਹ ਘਰ ਅਲਾਟ ਹੋਇਆ ਸੀ ਔਰ 47 ਤੋਂ ਹੀ ਸਾਡੇ ਕੋਲ ਹੈ। ਅੱਛਾ, ਤੇ ਕੀ ਸਬਬ ਬਣਿਆ ਤੁਹਾਡੇ ਕੋਲ, ਕਿਵੇਂ ਇਹ ਹਵੇਲੀ ਤੁਹਾਨੂੰ ਮਿਲ ਨਹੀਂ, ਗਈ? ਜਦੋਂ ਪਾਰਟੀਸ਼ਨ ਹੋਈ ਹੈ ਇੰਡੀਆ ਤੋਂ, ਜਦੋਂ ਅਸੀਂ ਮਾਈਗ੍ਰੇਟ ਕਰਕੇ ਆਏ ਆ, ਜੀ ਜੀ। ਤੇ ਕਿਉਂਕਿ ਸਾਨੂੰ ਕੋਈ ਜ਼ਮੀਨ ਇੱਥੇ ਅਲਾਟ ਹੋਣੀ ਸੀ। ਤੁਸੀਂ ਇੰਡੀਆ ਤੋਂ ਕਿੱਥੋਂ ਆਏ ਸੀ? ਇੰਡੀਆ ਤੋਂ ਜਲੰਧਰ ਤੋਂ ਆਏ ਸਾਂ। ਜਲੰਧਰ ਤੋਂ ਕਿਹੜਾ ਪਿੰਡ ਸੀ? ਵਿਰਕ ਪਿੰਡ। ਇਹ ਪੈ ਜਾਂਦਾ ਫਗਵਾੜੇ ਦੇ ਕੋਲ ਮੇਰੇ ਖਿਆਲ। ਹਾਂਜੀ, ਉਸੇ ਪਿੰਡ ਤੇ ਆ ਜਾਂਦਾ। ਹਾਂਜੀ। ਉਹ ਫਿਰ ਜਦੋਂ ਅਸੀਂ ਉੱਥੋਂ ਆਏ ਆ, ਤੇ ਫਿਰ ਸਾਨੂੰ ਇਹ ਜਿਹੜਾ ਘਰ ਹੈ ਭਗਤ ਸਿੰਘ ਦਾ, 4 ਕਨਾਲ ਦਾ ਹੱਥ ਹੈ। 4 ਕਨਾਲ। ਹਾਂਜੀ, ਐਂਡ ਤੱਕ ਹੈ। ਜੀ ਜੀ, ਉਹ ਐਂਡ ਤੱਕ। ਠੀਕ ਹੈ। ਇਹ 2 ਕਮਰੇ ਅਸਲ 'ਚ ਸਪੈਸ਼ਲੀ ਉਦੋਂ ਹਾਤੇ ਖੁੱਲੇ ਹੋਇਆ ਕਰਦੇ ਸੀ। ਆਹ ਵਾਲੇ ਹਾਤੇ ਖੁੱਲੇ ਹੁੰਦੇ ਸੀ, ਕਮਰੇ 2-3 ਹੀ ਹੁੰਦੇ ਸੀ। ਠੀਕ ਹੈ। ਇਹ ਦਰਵਾਜ਼ਾ ਤੁਸੀਂ ਦੇਖ ਰਹੇ ਹੋ, ਚੁਗਾਟ। ਠੀਕ ਹੈ। ਇਹ ਉਸ ਦੌਰ ਦੀ ਹੈ ਜਿੱਥੋਂ ਭਗਤ ਸਿੰਘ ਹੋਣੀ ਵੀ ਲੰਘ ਕੇ ਗੁਜ਼ਰ ਕੇ ਜਾਇਆ ਕਰਦੇ ਸੀ। ਓਏ ਹੋਏ। ਇਹ ਬੇਰੀ ਦਾ ਦਰਖਤ ਜਿਹੜਾ ਤੁਸੀਂ ਦੇਖ ਰਹੇ ਹੋ, ਜੀ ਜੀ। ਇਹ ਭਗਤ ਸਿੰਘ ਹੋਣਾ ਦੇ ਹੱਥ ਦਾ ਲੱਗਾ ਹੋਇਆ। ਆਹ ਦਰਖਤ ਜਿਹੜਾ ਉੱਪਰ ਹਾਂਜੀ, ਔਰ ਇਹਦੀ ਛਾਂ ਥੱਲੇ ਬੈਠ ਕੇ ਫੋਟੋ ਫੜਦੇ ਨੇ। ਅੱਛਾ ਜੀ। ਇਸੇ ਤਰ੍ਹਾਂ ਤੁਸੀਂ ਨੀਚੇ ਆ ਜਾਓ। ਇਹ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਜਿਹੜਾ ਥਾਂ ਨੀਚੇ ਹੈ, ਤੁਸੀਂ ਮੈਨੂੰ ਲੱਗਦਾ ਵੀ ਜੋ ਉਸ ਟਾਈਮ ਤੇ ਓਰੀਜਨਲ ਸੀ, ਉਹੀ ਨੀਆਂ ਤੇ, ਤੁਸੀਂ ਉਸੇ ਨੀਆਂ ਤੇ ਰੱਖਿਆ ਹੋਇਆ। ਉਹੀ ਨੀਆਂ, ਉਹੀ ਫਰਸ਼ ਔਰ ਉਹੀ ਦੀਵਾਰਾਂ ਤੇ ਮੌਜੂਦ ਹੈ। ਔਰ ਇਹ ਉਹ ਕਮਰਾ ਹੈ ਜਿੱਥੋਂ ਭਗਤ ਸਿੰਘ ਉਹਨਾਂ ਨੇ ਆਪਣੀ ਤਹਿਰੀਕਾਂ ਦਾ ਆਗਾਜ਼ ਕੀਤਾ ਸੀ। ਮੈਂ ਇੱਕ ਐਂਟਰ ਕੀਤਾ ਜੀ, ਮੈਨੂੰ ਇੱਕ ਦਰਵਾਜ਼ੇ ਤੋਂ ਜੇ ਆਪਾਂ ਸ਼ੁਰੂ ਕਰੀਏ, ਇਹ ਦਰਵਾਜ਼ਾ ਵੀ ਉਹ ਆ ਜੀ? ਦਰਵਾਜ਼ੇ ਉਸੇ ਦੌਰ ਦੇ ਨੇ, ਵੈਸੇ ਜ਼ਰਾ ਚੌੜਾਈ ਇਹਨਾਂ ਦੀ ਜ਼ਿਆਦਾ ਸੀ, ਇਹਨਾਂ ਨੂੰ ਰੰਦ ਕੇ ਥੋੜਾ ਸਮਾਰਟ ਕਰ ਦਿੱਤਾ ਹੈ। ਅੱਛਾ। ਦਰਵਾਜ਼ੇ ਉਹੀ ਨੇ, ਤੇ ਡਿਜ਼ਾਈਨ ਵਗੈਰਾ ਉਹੀ ਹੈ? ਉਹੀ ਡਿਜ਼ਾਈਨ ਹੈ, ਸਿਰਫ ਹੈਂਡਲ ਲੱਕੜ ਵੀ ਉਹੀ ਹੈ? ਲੱਕੜ ਵੀ ਉਹੀ, ਅਸੀਂ ਸਿਰਫ ਹੈਂਡਲ ਲਾਏ ਆ ਇਹਨਾਂ ਨੂੰ। ਅੱਛਾ। ਜਾਂ ਕੁੰਡੇ ਲਾ ਦਿੱਤੇ ਸਿਕਿਉਰਿਟੀ ਪਰਪਸ। ਹਾਂਜੀ, ਥੋੜਾ ਇਹਨੂੰ ਕਰ ਦਿੱਤਾ ਅਸੀਂ। ਤੇ ਦਰਵਾਜ਼ੇ ਦੀ ਲੱਕੜ ਵੀ ਉਹੀ ਹੈ। ਇਹ ਤੁਸੀਂ ਫਰਸ਼ ਦੇਖ ਰਹੇ ਹੋ ਨੀਚੇ, ਇਹ ਫਰਸ਼ ਵੀ ਉਹੀ ਹੈ ਜਿਹੜਾ ਭਗਤ ਸਿੰਘ ਉਹਨਾਂ ਦੇ ਦੌਰ 'ਚ ਸੀ। ਵੈਰੀ ਗੁੱਡ। ਕਿੰਨਾ ਨੀਵਾ, ਮੈਂ ਚਾਹਾਂਗਾ ਭਾਈ ਸਾਹਿਬ ਤੁਸੀਂ ਥੋੜਾ ਦਿਖਾਇਓ ਕਿੰਨਾ ਉੱਚਾ ਹੈਗਾ ਇਹਦੇ ਨਾਲ, ਜ਼ਮੀਨ ਨਾਲੋਂ ਕਿੰਨਾ ਨੀਵਾ ਹੈ? ਤਕਰੀਬਨ ਇਹ ਨੀਵਾ ਹੋ ਗਿਆ ਜੀ ਹੁਣ ਕੋਈ 3.5 ਫੁੱਟ ਦੇ ਕਰੀਬ, 3.5 ਫੁੱਟ 4 ਫੁੱਟ 3.5-4 ਫੁੱਟ ਦੇ ਕਰੀਬ ਨੀਵਾ ਹੋ ਚੁੱਕਿਆ ਹੈ। ਉੱਥੇ ਰੱਖਿਆ ਤੁਸੀਂ? ਹਾਂਜੀ, ਇਸੇ ਵਾਸਤੇ ਸਾਨੂੰ ਸਟੈਪ ਡਾਊਨ ਹੋ ਕੇ ਆਣਾ ਪੈਂਦਾ ਇੱਥੇ। ਵੈਰੀ ਗੁੱਡ। ਤੇ ਅਸਲ ਯਾਦਗਾਰ ਹੈ ਨਾ? ਅਸਲ ਹੈ, ਬਿਲਕੁਲ। ਇਹ 2 ਕਮਰੇ ਸਨ। ਹਾਂਜੀ, ਆਓ ਆਪਾਂ ਦੇਖਦੇ ਹਾਂ ਥੋੜਾ ਹੋਰ। ਇਹ ਤੁਹਾਨੂੰ ਜਰਾ ਦਿਖਾ ਦਈਏ ਕਿ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਸਾਰੀਆਂ ਜਿੰਨੇ ਵੀ ਉਦੋਂ ਦੇਸ਼ ਭਗਤ ਸੀਗੇ ਸਾਰਿਆਂ ਦੀਆਂ ਫੋਟੋਆਂ ਲਾਈਆਂ। ਹਾਂ ਜੀ, ਬਿਲਕੁਲ। ਇਹ ਜੀ ਭਗਤ ਸਿੰਘ ਹੋਣੀ ਜਦੋਂ ਵਾਹ, 10 ਸਾਲ ਦੇ ਸੀ,
ਠੀਕ ਹੈ, ਹਾਂਜੀ, ਜਦੋਂ ਏਜ ਉਹਨਾਂ ਦੀ 10 ਇਅਰਸ। ਵੈਰੀ ਗੁੱਡ, ਇਹ ਉਹਨਾਂ ਦੀ ਓਰੀਜਨਲ ਤਸਵੀਰ ਹੈ। ਵੈਰੀ ਗੁੱਡ ਜੀ। ਅੱਛਾ, ਤੇ ਇਸੇ ਤਰ੍ਹਾਂ ਹੀ ਸਾਹਮਣੇ ਅਗਰ ਤੁਸੀਂ ਦੇਖੋ ਇਸ ਤੋਂ ਪਹਿਲਾਂ ਮੈਂ, ਅੱਛਾ ਠੀਕ ਹੈ, ਪੂਰੀ ਜਵਾਨੀ ਦੇ ਵਿੱਚ ਭਗਤ ਸਿੰਘ ਹੋਣਾ ਦੀ ਫੋਟੋ ਹੈ। ਅੱਛਾ, ਇਹ ਨਾਲ ਇਹਨਾਂ ਦੀ ਮਦਰ ਨੇ ਹਾਂ, ਵਿਦਿਆਵਤੀ, ਇਹ ਇਹਨਾਂ ਦੇ ਫਾਦਰ ਨੇ ਸਰਦਾਰ ਕਿਸ਼ਨ ਸਿੰਘ, ਠੀਕ ਠੀਕ ਹੈ, ਹੈ। ਔਰ ਇਹ ਇਹਨਾਂ ਦੇ ਸਾਥੀ ਸੀ ਤਿੰਨੋਂ, ਹਮ। ਸੁਖਦੇਵ, ਰਾਜਗੁਰੂ ਔਰ ਭਗਤ ਸਿੰਘ। ਠੀਕ ਹੈ। ਕਿਉਂਕਿ ਇਹਨਾਂ ਤਿੰਨਾਂ ਨੂੰ ਇੱਕੋ ਟਾਈਮ 'ਚ ਤਖਤਾਦਾਰ ਕੀਤਾ ਗਿਆ ਸੀ। ਸੁਖਦੇਵ ਲੁਧਿਆਣੇ ਤੋਂ ਸੀਗੇ। ਹਾਂਜੀ, ਇਹ ਤਿੰਨਾਂ ਨੂੰ ਇਕੱਠੀ ਸਜ਼ਾਏ ਮੌਤ ਹੋਈ ਹਾਂਜੀ ਸੀ। ਹਾਂਜੀ ਹਾਂਜੀ, ਔਰ ਇਹ ਇਹਨਾਂ ਦੇ ਗੁਰੂ ਮੈਂ- ਸਨ ਭਗਤ ਸਿੰਘ ਦੇ, ਜਿਨ੍ਹਾਂ ਦਾ ਨਾਮ ਸੀ ਚੰਦਰ ਸ਼ੇਖਰ ਆਜ਼ਾਦ। ਵਾਹ ਜੀ ਵਾਹ, ਗਦਰੀ ਬਾਬੇ ਵੀ ਜੇ ਸਾਡੇ ਕੋਲ ਜਨਾਬ ਲਾਏ ਹੋਏ। ਠੀਕ ਹੈ ਜੀ। ਔਰ ਉਸ ਸੋਹਣ ਸਿੰਘ ਦੌਰ ਦੇ ਭਗਤ ਜੀ। ਫਰੀडम ਫਾਈਟਰ, ਚਾਹੇ ਉਹ ਮੁਸਲਮਾਨ ਸਨ, ਚਾਹੇ ਉਹ ਸਿੱਖ ਨਹੀਂ, ਉਹ ਤਾਂ ਸਨ, ਦੇਸ਼ ਭਗਤ ਜਿਹੜੇ ਸੀਗੇ। ਅੰਗਰੇਜ਼ ਦੇ ਖਿਲਾਫ ਲੜ ਰਹੇ ਉਹ ਤਾਂ ਸੀ। ਦੇਸ਼ ਭਗਤ ਸੀਗੇ ਤੇ ਉਹਨਾਂ ਨੇ ਤਾਂ ਆਜ਼ਾਦੀ ਲਈ ਆਪਣੀ ਲੜਾਈ ਲੜੀ ਸੀ। ਆਜ਼ਾਦੀ ਲੜਾਈ। ਮੈਨੂੰ ਇੱਕ ਹੋਰ ਕੁਐਸਚਨ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਕਿੰਨੀ ਦੇਰ ਤੱਕ ਜਿਹੜਾ ਸ਼ਹੀਦ ਭਗਤ ਸਿੰਘ ਹੋਰਾਂ ਨੇ ਆਪਣਾ ਜਿਹੜਾ ਜੀਵਨ ਬਤੀਤ ਕੀਤਾ, ਕਿੰਨੀ ਉਮਰ ਤੱਕ? ਇਹ ਜੀ ਦੇਖੋ, 1907 ਚ ਉਹਨਾਂ ਦੀ ਪੈਦਾਇਸ਼ ਹੋਈ ਜੀ ਜੀ, ਔਰ ਇਸ ਕਮਰੇ 'ਚ ਪੈਦਾਇਸ਼ ਹੋਈ ਉਹ ਉਹਨਾਂ ਅੱਛਾ, ਦੀ। ਇਹ ਉਹ ਕਮਰਾ ਜਨਮ ਸਥਾਨ ਹੈ। ਵਾਹ ਵਾਹ, ਇਹ ਉਹ ਜਨਮ ਸਥਾਨ ਹੈ ਜਿੱਥੇ ਭਗਤ ਸਿੰਘ ਹੋਣਾ ਦੀ ਜਿਸ ਕਮਰੇ 'ਚ ਪੈਦਾਇਸ਼ ਹੋਈ ਸੀ। ਹਮ, 28 ਸਤੰਬਰ 1907 ਚੋਂ ਪੈਦਾ ਹੋਏ। ਜੀ ਜੀ, ਉਸ ਤੋਂ ਬਾਅਦ ਤਕਰੀਬਨ ਜਦੋਂ 5-6-7 ਸਾਲ ਦੇ ਸੀ ਤੇ ਉਹਨਾਂ ਨੇ ਫਿਰ ਇੱਥੋਂ ਹੀ ਉਹਨਾਂ ਦੀ ibtidai ਤਾਲੀਮ ਸਟਾਰਟ ਹੋਈ ਸੀ। ਜੀ, ਠੀਕ ਹੈ। ਔਰ ਫਿਰ ਉੱਥੋਂ ਨਾਲ ਦਾ ਜਿਹੜਾ ਕਮਰਾ ਤੁਸੀਂ ਦੇਖ ਰਹੇ ਹੋ, ਉੱਥੋਂ ਉਹਨਾਂ ਨੇ ਆਪਣੀ ਤਹਿਰੀਕਾਂ ਦਾ ਆਗਾਜ਼ ਸ਼ੁਰੂ ਕੀਤਾ ਸੀ। ਜੀ ਜੀ ਜੀ, ਔਰ ਤਕਰੀਬਨ 1900 ਕੋਈ 22-23 ਤੱਕ ਉਹ ਇੱਥੇ ਰਹੇ। ਓਕੇ। ਉਸ ਤੋਂ ਬਾਅਦ ਸਾਡਾ ਮਤਲਬ 16-17 ਸਾਲ ਹੋਏ ਇੱਥੇ। 16-17 ਸਾਲ ਹੋ ਆਪਣੇ- ਗਏ। 24 ਸਾਲ ਦੇ ਕੋਲ ਸਾਰੀ ਉਮਰ ਸੀ। ਟੋਟਲ ਤਾਂ ਉਮਰ ਹੀ ਇੰਨੀ 23-24 ਸਾਲ। 23-24 ਸਾਲ ਉਹਨਾਂ ਦੀ ਉਮਰ ਸੀ। ਹਾਂ। ਔਰ ਉਸ ਤੋਂ ਬਾਅਦ ਫਿਰ ਲਾਹੌਰ, ਕਿਉਂਕਿ ਮੇਨ ਗਾੜੀ ਲਾਹੌਰ ਸੀ, ਹਮ। ਉੱਥੇ ਫਿਰ ਉਹਨਾਂ ਨੇ ਆਪਣੀ ਤਹਿਰੀਕਾਂ ਸਾਰੀਆਂ ਚਲਾਈਆਂ। ਜੀ। ਉੱਥੇ ਹੀ ਉਹਨਾਂ ਨੇ ਫਿਰ ਇਜਲਾਸ ਹੁੰਦਾ ਸੀ ਤੇ ਉਹਨਾਂ ਨੇ ਬੰਬ ਸੁੱਟਿਆ ਸੀ, 10 ਬੰਬ ਸੁੱਟਿਆ ਸੀ। ਜੀ। ਔਰ ਆਪਣੀ ਗ੍ਰਿਫਤਾਰੀ ਵੀ ਉਹਨਾਂ ਨੇ ਖੁਦ ਹੀ ਦੇ ਦਿੱਤੀ ਸੀ। ਜੀ ਜੀ ਜੀ, ਫਿਰ ਉਹਨਾਂ ਨੇ ਜਿਹੜਾ ਪੁਲਿਸ ਅਫੀਸਰ ਜਿਹੜਾ ਸੀ, ਉਹ ਉਹਨਾਂ ਦੇ ਕਤਲ ਦੇ ਇਲਜ਼ਾਮ ਦੇ ਵਿੱਚ ਇਹਨਾਂ ਨੂੰ ਫਿਰ ਸਜ਼ਾਏ ਮੌਤ ਹੋਈ ਸੀ। ਜੀ। ਉਹ ਜਿਹੜੇ ਪੁਲਿਸ ਅਫਸਰ ਸੀ, ਉਹਨਾਂ ਦਾ ਨਾਮ ਜੀ.ਐਸ. ਸੈਂਡਰਸ ਸੀ। ਅੱਛਾ। ਔਰ ਉਹਨਾਂ ਦਾ ਮਰਡਰ ਕੀਤਾ ਸੀ। ਔਰ ਉਸ ਦੌਰ 'ਚ ਦੇਖੋ ਜਿਹੜੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਸੀ, ਉਹਨਾਂ ਨੇ ਇਹਨਾਂ ਨੂੰ ਫਰੀडम ਫਾਈਟਰ ਡਿਕਲੇਅਰ ਕੀਤਾ ਸੀ। ਔਰ ਉਹਨਾਂ ਨੇ ਕਿਹਾ ਸੀ ਮੈਂ ਤੇਰਾ ਕੇਸ ਲੜ ਲੈਣਾ ਔਰ ਤੈਨੂੰ ਮੈਂ ਬਰੀ ਵੀ ਕਰਾ ਦਾਂਗਾ। ਠੀਕ ਹੈ। ਲੇਕਿਨ ਉਹਨਾਂ ਨੇ ਕਿਹਾ ਸੀ, ਭਗਤ ਸਿੰਘ ਉਹਨਾਂ ਨੇ ਕਿਹਾ ਸੀ ਕਿ ਅਗਰ ਮੈਂ ਜ਼ਿੰਦਾ ਬਚ ਗਿਆ ਤਾਂ ਮੇਰਾ ਨਾਮ ਖਤਮ ਹੋ ਜਾਏਗਾ। ਔਰ ਇਹਨਾਂ ਨੇ ਆਪਣਾ ਜਿਹੜਾ ਸੀ ਫੰਦਾ ਚੁੰਮ ਕੇ ਇਹਨਾਂ ਨੇ ਆਪਣੇ ਗਲ 'ਚ। ਚਲੋ ਇੰਨੀ ਥੋੜੀ ਉਮਰ ਵਿੱਚ ਕੀ ਜਜ਼ਬਾ, ਕਿੰਨਾ ਵੱਡਾ ਨਾਮ, ਕਿੰਨਾ ਵੱਡਾ ਨਾਮ। ਕਿੰਨਾ ਜਜ਼ਬਾ ਸੀ ਉਦੋਂ ਉਹਨਾਂ ਦਿਨਾਂ 'ਚ। ਸਾਡੇ ਜਿਹੜੇ ਇਹ ਸ਼ਹੀਦੀ ਕੋਈ ਸੌਖਾ ਕੰਮ ਨਹੀਂ ਹੈਗਾ ਜੀ। ਸਾਨੂੰ ਕਵੇ ਕੋਈ ਇੱਥੇ ਸ਼ਹੀਦੀ ਦੇ ਸਾਡੇ ਕੋਲ ਨਹੀਂ ਦਿੱਤੀ ਜਾਂਦੀ ਕਿਸੇ ਕੰਮ। ਇਹ ਬੜੀ ਜ਼ਰੂਰਤ ਦਾ ਕੰਮ ਹੈ। ਇਹ ਅਮਰ ਹੈ, ਇਹ ਰਹਿੰਦੀ ਦੁਨੀਆ ਤੱਕ ਇਹਨਾਂ ਦਾ ਨਾਂ ਰਹਿਣਾ ਤੇ ਕਦੇ ਵੀ ਇਹਨਾਂ ਨੇ ਮਰਨਾ ਨਹੀਂ। ਮਾਰਤਾ ਸਾਰਿਆਂ ਨੇ ਜਾਣਾ ਜੀ। ਜਿਹੜਾ ਵੀ ਕੰਮ ਕਰਕੇ ਮਰ ਜਾਂਦਾ ਤੇ ਜਾਂ ਸ਼ਹੀਦੀਆਂ ਪਾ ਜਾਂਦਾ, ਨਾਮ ਦਿੰਦਾ ਰਹਿੰਦਾ। ਉਹਦੇ ਕਿੰਨੇ ਸਾਲ ਹੋ ਗਏ? 23 ਮਾਰਚ 1931 ਨੂੰ ਹੈਂਗ ਹੋਏ। ਹਾਂਜੀ। ਤੇ ਅੱਜ ਦੇਖੋ ਤੁਸੀਂ 2019 ਆ ਗਿਆ। ਜੀ ਜੀ ਜੀ, ਹਾਂ। ਦੇਖੋ ਨਾ 88 99 ਸਾਲ 89 ਇਅਰਸ ਹੋ ਗਏ। ਸੈਂਚੁਰੀ ਆਉਣ ਵਾਲੀ ਹੈ ਜੀ। ਸੈਂਚੁਰੀ ਹੋਣ ਵਾਲੀ ਹੈ ਔਰ ਦਿਨ ਬ ਦਿਨ ਇਜ਼ਾਫਾ ਹੀ ਹੁੰਦਾ ਜਾ ਰਿਹਾ ਹੈ। ਜੀ। ਉਹਨਾਂ ਦੀ ਨੇਕਨਾਮੀ ਦੇ ਵਿੱਚ, ਜੀ। ਉਹਨਾਂ ਦੀ ਸ਼ੋਹਰਤ ਦੇ ਵਿੱਚ, ਜੀ, ਜੀ। ਹਾਂਜੀ, ਇੱਜ਼ਤ ਦੇ ਵਿੱਚ ਜਿਹੜਾ। ਹਮ। ਇਹ ਜਿਹੜੀ ਤਸਵੀਰ ਦੇਖ ਰਹੇ ਹੋ, ਇਹ ਜੇਲ੍ਹ ਦੀ ਤਸਵੀਰ ਹੈ ਓਰੀਜਨਲ। ਜੀ। ਵੈਸੇ ਅਸੀਂ ਸਾਈਜ਼ ਜ਼ਰਾ ਵੱਡਾ ਕਰ ਦਿੱਤਾ ਹੈ ਪੜ੍ਹਦੇ ਹੋਏ ਆ। ਹਾਂ ਹਾਂ, ਤੇ ਕੈਦੀ ਜੇ ਤੁਸੀਂ ਦੇਖੋ ਨਾ, ਉਹ ਕੈਦੀ ਹੁੰਦੇ ਸਨ, ਹਾਂਜੀ। ਉਹਨਾਂ ਨੂੰ ਬੈਟਰ ਕਲਾਸ, ਜਿਹਨੂੰ ਅਸੀਂ B ਕਲਾਸ ਕਹਿੰਦੇ ਆ, ਜੀ। ਉਹਦੇ ਵਾਸਤੇ ਤਹਿਰੀਕ ਭਗਤ ਸਿੰਘ ਉਹਨਾਂ ਨੇ ਚਲਾਈ ਸੀ ਕਿ ਸਾਨੂੰ ਕਿਤਾਬ ਮਿਲਣੀ ਚਾਹੀਦੀ ਹੈ ਸਾਡੇ ਮਜ਼ਹਬ ਜੀ। ਦੀ, ਔਰ ਸਾਨੂੰ ਜਿਹੜਾ ਸਹੂਲਤ ਅਖਬਾਰ ਮਿਲਣੀ ਚਾਹੀਦੀ ਹੈ, ਉਹ ਇੱਕ ਕੈਦੀ ਦਾ ਹੱਕ ਹੈ। ਔਰ ਉਹ ਤਸਵੀਰ ਤੁਸੀਂ ਦੇਖ ਰਹੇ ਹੋ, ਉਹ ਵੀ ਦੇਖੋ ਉਹਨਾਂ ਦੀ ਤਸਵੀਰ ਹੈ ਜਿਹਦੇ ਵਿੱਚ ਉਸ ਦੌਰ ਦੇ DSP ਸਾਹਿਬ ਸੀ, ਪੰਨੂ ਸਾਹਿਬ। ਜੀ ਜੀ, ਉਹ ਇੰਟਰੋਗੇਸ਼ਨ ਕਰਦੇ ਆਇਆ, ਅੰਗਰੇਜ਼ਾਂ ਦਾ ਪੈਗਾਮ ਵੀ ਲੈ ਕੇ ਆਏ। ਜੀ, ਜੀ। ਉਹਨਾਂ ਨੇ ਕਿਹਾ ਅਗਰ ਤੁਸੀਂ ਆਪਣੀ, ਅੰਗਰੇਜ਼ਾਂ ਨੇ ਪੈਗਾਮ ਦਿੱਤਾ ਅਗਰ ਤੁਸੀਂ ਉਹਨਾਂ ਦੀ ਗੁਲਾਮੀ ਕਬੂਲ ਕਰ ਲਓ, ਜੀ, ਜੀ। ਉਹ ਤੁਹਾਡੀ ਸਜ਼ਾ ਮੌਤ ਖਤਮ ਕਰ ਦੇਣਗੇ। ਜੀ। ਅੱਛਾ। ਤਾਂ ਉਹਨਾਂ ਨੇ ਕਿਹਾ ਸੀ ਜਿਹੜਾ ਹੈ ਨਾ, ਇਹ ਨਹੀਂ ਹੋ ਸਕਦਾ, ਗੁਲਾਮੀ ਨਹੀਂ, ਮੈਂ ਆਪਣੇ ਮੁਲਕ ਨੂੰ ਆਜ਼ਾਦ ਕਰਵਾਉਣਾ ਹੈ। ਹਾਂਜੀ। ਠੀਕ ਹੈ। ਤੁਸੀਂ ਇਹ ਸਾਰੀਆਂ ਫੋਟੋਆਂ ਜਿਹੜੀਆਂ ਲਾਈਆਂ, ਇਹ ਤੁਹਾਡੇ ਵਾਲਦ ਸਾਹਿਬ ਨੇ ਲਾਈਆਂ ਸੀ ਕਿ ਤੁਸੀਂ ਆਣ ਕੇ ਸ਼ੁਰੂ ਕੀਤਾ? ਅਸਲ 'ਚ ਮੈਂ ਔਰ ਮੇਰੇ ਵਾਲਦ ਸਾਹਿਬ ਜਿਹੜੇ ਸੀ ਨਾ, ਅਸੀਂ ਇਕੱਠੇ ਇਹਨੂੰ ਲੁੱਕ ਆਫਟਰ ਕਰਦੇ ਸਾਂ। ਤੇ ਉਹਨਾਂ ਦੀ ਡੈਥ ਹੋਈ ਆ 2016 ਦੇ ਵਿੱਚ। ਅੱਛਾ, ਹੁਣ ਰੀਸੈਂਟਲੀ ਹੋਇਆ 3 ਸਾਲ ਸਵਾ 2 ਸਾਲ ਦਾ ਜਿਹੜਾ। ਰਾਈਟ। ਤੇ ਉਹ ਫਿਰ ਉਹਨਾਂ ਦੀ ਕਿੰਨੀ ਉਮਰ ਸੀ ਜੀ? ਉਹਨਾਂ ਦੀ ਮਾਸ਼ਾਅੱਲਾ 73 ਸਾਲ ਉਮਰ ਸੀ ਜਦੋਂ ਡੈਥ ਹੋਈ। ਅੱਛਾ, ਬਹੁਤ ਥੋੜੀ ਸੀ। ਅੱਛਾ। ਹਾਂਜੀ, ਇਹਦਾ ਮਤਲਬ ਉਹਨਾਂ ਦਾ ਜਨਮ ਵੀ ਫਿਰ ਬਾਅਦ ਚ ਹੋਇਆ? ਉਹ ਪਾਕਿਸਤਾਨ ਜਦੋਂ ਬਣਿਆ, ਪਾਰਟੀਸ਼ਨ ਹੋਈ, ਤੇ ਉਹਨਾਂ ਦੀ ਉਮਰ ਉਦੋਂ 4-5 ਸਾਲ ਸੀ।
ਅੱਛਾ ਉਹ ਛੋਟੇ ਹੀ ਸੀ ਠੀਕ ਹੈ। ਜਦੋਂ ਇਸ ਘਰ ਚ ਆ ਗਏ ਸੀ। ਠੀਕ ਹੈ, ਇਹ ਤੁਹਾਡਾ ਮਤਲਬ ਕਹਿਣ ਦਾ ਵੀ ਤੁਹਾਡੇ ਦਾਦਾ ਜੀ ਜਿਹੜੇ ਉਹ ਪਹਿਲਾਂ ਇਸ ਹਵੇਲੀ 47 ਚ ਮੇਰੇ ਦਾਦਾ ਬੂ ਜਿਹੜੇ ਸਨ ਨਾ ਜੀ, ਉਹਨਾਂ ਨੂੰ ਇੱਕ ਘਰ ਟੌਪ ਪ੍ਰਾਇੋਰਟੀ ਤੇ ਅਲਾਟ ਹੋਇਆ, ਠੀਕ ਹੈ। ਕਿਉਂਕਿ ਉਹ ਲਿਵਰ ਦੇ ਜਿਗਰ ਦੇ ਹਕੀਮ ਸੀ ਅੱਛਾ, ਔਰ ਇੰਡੀਆ ਦੇ ਵਿੱਚ ਉਹਨਾਂ ਨੇ ਫੀਸ ਵੀਰੇ ਲਾਲਾ ਵਾਸਤੇ ਹਕਮਤ ਕੀਤੀ ਓਕੇ, ਔਰ ਉਹਨਾਂ ਦੀ ਖਿਦਮਤ ਨੂੰ ਵੇਖਦੇ ਹੋਏ ਘਰ ਟੌਪ ਪ੍ਰਾਇੋਰਟੀ ਤੇ ਸਾਨੂੰ ਓਕੇ। ਤੇ ਨਾਲ ਫਿਰ ਜ਼ਮੀਨ ਵੀ ਤੁਹਾਨੂੰ ਮਿਲੀ? ਜ਼ਮੀਨ ਵੀ ਭਗਤ ਸਿੰਘ ਹੁਣਾਂ ਦੀ ਜਿਹੜੀ ਜ਼ਮੀਨ ਉਹ ਵੀ ਸਾਡੇ ਉਹ ਕੋਲ ਵੀ ਤੁਹਾਡੇ ਕੋਲ ਹੈ? ਸਾਡੇ ਕੋਲ। ਕਿੰਨੀ ਜ਼ਮੀਨ ਸੀ ਜੀ ਉਹਨਾਂ ਕੋਲ? ਇੱਕ ਮਰਬਾ ਜ਼ਮੀਨ ਸੀ, 25 ਮਰਬਾ, 25 ਏਕੜ, ਹਾਂ। 25 ਏਕੜ ਜ਼ਮੀਨ ਸੀ, ਅੱਛਾ, ਉਹ ਵੀ ਸਾਡੇ ਕੋਲ ਹੀ ਹੈ। ਉਹ ਵੀ ਤੁਹਾਡੇ ਕੋਲ, ਠੀਕ ਹੈ। ਤੇ ਤੁਸੀਂ ਉੱਥੇ ਹੁਣ ਵੀ ਖੇਤੀਬਾੜੀ ਕਰਦੇ ਹੋ? ਹਾਂਜੀ ਖੇਤੀਬਾੜੀ ਕੀਤੀ। ਆਪ ਹੀ ਰੱਖੀ ਸਾਰੀ ਜ਼ਮੀਨ? ਹਾਂਜੀ, ਨਹੀਂ ਦਿੱਤੀ ਤੇ ਹੋਈ ਠੇਕੇ ਤੇ, ਠੇਕੇ ਤੇ। ਲੇਕਿਨ ਜ਼ਮੀਨ ਤੇ ਆਪਣੇ ਕੋਲ ਹੀ ਹੈ ਸਾਡੀ। ਠੀਕ ਹੈ, ਹਾਂਜੀ, ਠੀਕ ਹੈ। ਉਹ ਵਾਲਦ ਸਾਹਿਬ ਨੇ ਆਪਣੀ ਜ਼ਿੰਦਗੀ 'ਚ ਬਹੁਤ ਹੋਣ ਤੋਂ 2-3 ਸਾਲ ਪਹਿਲੇ, 4 ਸਾਲ ਪਹਿਲੇ ਉਹ ਠੇਕੇ ਤੇ Okay. ਠੇਕੇ ਵਰਨਾ ਸ਼ੁਰੂ ਤੋਂ ਆਪ ਹੀ ਅਸੀਂ ਵਾਹੀ ਕਰਦੇ ਠੀਕ ਹੈ। ਇਹ ਜਿਹੜੀਆਂ ਫੋਟੋ ਲਾਈਆਂ ਤੇ ਹਾਂਜੀ, ਇਹ ਬੜਾ ਜੀ ਅਸੀਂ ਇੱਥੇ ਖਪੇ ਕਿੰਨਾ ਕੁ ਚਿਰ ਹੋਇਆ ਲੱਗੀਆਂ ਇਹਨਾਂ ਨੂੰ? ਨਹੀਂ ਲੱਗਿਆ ਨੂੰ ਤੇ ਹੋ ਗਏ ਜੀ 5 ਸਾਲ। 5 ਸਾਲ ਹੋਇਆ? ਹਾਂਜੀ, ਲੇਕਿਨ ਕਲੈਕਸ਼ਨ 'ਚ ਬੜਾ ਟਾਈਮ ਲੱਗਿਆ। ਉਹ ਬਿਲਕੁਲ ਨਹੀਂ ਲੱਗਦਾ ਕਲੈਕਸ਼ਨ ਕਿਉਂਕਿ ਮੈਨੂੰ ਨਹੀਂ ਲੱਗਦਾ ਕੋਈ ਵੀ ਇਸ ਤਰ੍ਹਾਂ ਦਾ ਗਦਰੀ ਬਾਬਾ ਜਾਂ ਜਿਹੜੇ ਸ਼ਹੀਦੀਆਂ ਜਿਨ੍ਹਾਂ ਨੇ ਪਾਈਆਂ ਵੀ ਉਹ ਮਤਲਬ ਨਹੀਂ ਹੈਗੇ ਜਿਨ੍ਹਾਂ ਨੇ 47 ਚ ਯੋਗਦਾਨ ਪਾਇਆ। ਮੈਂ ਦੇਖ ਰਿਹਾ ਜਿੰਨੇ ਫਰੀडम ਫਾਈਟਰ ਸੀ 200-250 ਫੋਟੋਆਂ ਜਿਹੜੀਆਂ ਇਸ ਤੋਂ ਜ਼ਿਆਦਾ ਨਹੀਂ ਲੱਗੀਆਂ। 350 ਦੇ ਕਰੀਬ ਫੋਟੋ ਹੈ ਜੀ। 350? ਹਾਂਜੀ, ਠੀਕ ਹੈ, ਉਹ ਜਨਾਬ ਸਾਰੀ ਅਸੀਂ ਜਿਹੜੀ ਹੈ ਨਾ ਜੀ, ਠੀਕ ਹੈ। ਕਿਉਂਕਿ ਦੇਖੋ ਇੱਥੇ ਇੱਟਾਂ ਰੋੜੇ ਨਹੀਂ ਵੇਖਣ ਆਣਾ, ਕਿਸੇ ਦੀ ਹਿਸਟਰੀ ਪੜ੍ਹਨੀ ਹੈ। ਇਹ ਮਿਊਜ਼ੀਅਮ ਬਣ ਗਿਆ ਇੱਥੇ ਸਟੂਡੈਂਟਸ ਆਉਂਦੇ ਨੇ, ਪ੍ਰੋਫੈਸਰਸ ਆਉਂਦੇ ਨੇ। ਹੁਣ ਇਸ ਸੰਡੇ ਨੂੰ ਵਾਈਸ ਚਾਂਸਲਰ ਸਾਹਿਬ ਨੇ ਐਗਰੀਕਲਚਰ ਯੂਨੀਵਰਸਿਟੀ ਦੇ ਜ਼ਫਰ ਇਕਬਾਲ ਰੰਧਾਵਾ ਸਾਹਿਬ, ਅੱਛਾ, ਇੱਥੋਂ ਉਹ ਤਸ਼ਰੀਫ ਲਿਆ ਰਹੇ ਠੀਕ ਹੈ, ਨੇ ਠੀਕ ਹੈ। ਇਸ ਸੰਡੇ। ਚਲੋ। ਅਸੀਂ ਉਹਨਾਂ ਨੂੰ ਇਨਵਾਈਟ ਕਰਕੇ ਆਏ ਸੀ ਕੋਈ 4 ਦਿਨ ਪਹਿਲੇ। ਵੈਰੀ ਗੁੱਡ। ਤੇ ਬਾਕੀ ਸਰਦਾਰ ਲਵਲੀ ਸਿੰਘ ਜਿਹੜੇ ਨੇ, ਇਹਨਾਂ ਦਾ ਬੜਾ ਅਹਿਮ ਕਿਰਦਾਰ ਹੈ ਜੀ। ਸਾਡੇ ਇਵੈਂਟ ਹੁੰਦੇ ਨੇ ਇੱਥੇ 23 ਮਾਰਚ ਦੇ ਹਵਾਲੇ ਨਾਲ। ਠੀਕ ਹੈ। ਫਿਰ ਅਸੀਂ ਇਕੱਠੇ ਦੋਸਤ ਸਾਰੇ ਮਿਲ ਕੇ ਇੱਥੇ ਸ਼ਮਾ ਰੋਸ਼ਨ ਕਰੀਦੀਆਂ, ਦੀਏ ਜਲਾਈਦੇ ਨੇ। ਠੀਕ ਹੈ। 28 ਸਤੰਬਰ ਨੂੰ ਭਗਤ ਸਿੰਘ ਹੁਣਾਂ ਦੀ ਸਾਲਗਿਰਾ ਹੁੰਦੀ ਹੈ, ਫਿਰ ਅਸੀਂ ਕੇਕ ਕੱਟੀਦਾ ਹੈ। ਅੱਛਾ ਜੀ। ਇੱਥੇ 41 ਤੋਂ ਲੈ ਕੇ BBC ਤੱਕ ਸਾਰੇ ਚੈਨਲਸ ਕਵਰੇਜ ਵਾਸਤੇ ਆਉਂਦੇ ਨੇ। 100ਵੀਂ ਬਰਸੀ ਉਹਨਾਂ ਦੀ ਆ ਰਹੀ ਹੈ, ਤੇ ਕੋਈ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਲਿਖਿਆ ਵੀ ਤੁਸੀਂ ਕੋਈ ਬਹੁਤ ਵੱਡੇ ਕੱਟ ਤੇ ਲੈਵਲ ਤੇ ਕੱਟ ਕਰੋਗੇ ਵਰਲਡ ਵਾਈਡ ਤੋਂ ਲੋਕਾਂ ਨੂੰ ਸੱਦ ਕੇ? ਹਾਂ ਇਨਸ਼ਾਅੱਲਾ ਇਨਵਾਈਟ ਕਰਾਂਗੇ ਅਸੀਂ। ਫਿਲਹਾਲ ਤਾਂ ਦੇਖੋ ਉਹਨਾਂ ਦੀ 19 ਹੋਣੀ ਹੈ। ਹਾਂਜੀ, ਉਹ ਕਹਿੰਦੇ ਜਦੋਂ ਸੈਂਚਰੀ ਹੋਣੀ, ਜਦੋਂ ਸੈਂਚਰੀ ਹੋਏਗੀ 10 ਸਾਲ ਦੇ ਬਾਅਦ ਦੀ ਹਾਂਜੀ, ਉਦੋਂ ਤੱਕ ਤੇ ਕਾਫੀ ਇਹਦੇ ਵਿੱਚ ਤੇਜ਼ੀ ਆ ਗਈ ਹੋਏਗੀ। ਠੀਕ ਹੈ। ਸੋਸ਼ਲ ਮੀਡੀਆ ਚੁੱਕੇ ਬੜਾ ਫਾਸਟ ਹੈ, ਸਾਡਾ ਵੈਸੇ ਮੀਡੀਆ ਬਹੁਤ ਫਾਸਟ ਹੈ। ਤੇ ਅਸੀਂ ਇਨਸ਼ਾਅੱਲਾ ਤਾਲਾ ਇਹਨੂੰ ਬਿਹਤਰ ਕੋਸ਼ਿਸ਼ ਕਰਾਂਗੇ ਕਿ ਜਿਹੜਾ ਅਸੀਂ ਇਹਨੂੰ ਜਿੰਨੀ ਵੀ ਹਰ ਸਾਲ ਬਿਹਤਰੀ ਲਿਆਉਣ ਦੀ ਕੋਸ਼ਿਸ਼ ਕਰੀਦੀ ਹੈ ਜੀ ਜੀ। ਤੇ ਉਹ ਇਨਸ਼ਾਅੱਲਾ ਤਾਲਾ ਠੀਕ ਹੈ। ਮੈਂ ਇੱਕ ਹੋਰ ਪੁੱਛਣਾ ਚਾਹੁੰਦਾ ਸੀ ਵੀ ਕੋਈ ਟਰਸਟ ਬਣੀ ਹੈ ਕਿ ਤੁਸੀਂ ਆਪਣੇ ਤੌਰ ਤੇ ਇਹ ਸਾਰਾ ਕਰਨਾ? ਅਸੀਂ ਆਪਣੇ ਤੌਰ ਤੇ ਕਰਨੇ ਜੀ। ਅੱਛਾ, ਮੈਨੂੰ ਆ ਥੋੜਾ ਜਿਹਾ ਸਮਾਨ ਦਿਖ ਰਿਹਾ ਜੀ। ਹਾਂਜੀ, ਇਹ ਚਰਖਾ ਜਿਹੜੀ ਭਗਤ ਸਿੰਘ ਉਹਨਾਂ ਦੀ ਵਾਲਦਾ ਅੱਛਾ। ਜਿਹੜੇ ਇਸਤੇਮਾਲ ਸੀ, ਉਹ ਚਲਾਉਂਦੇ ਸਨ ਇਹਨੂੰ। ਤੇ ਇਹ ਚੱਕੀ ਦੇ 2 ਅੱਛਾ, ਪਾਰਟ ਚੱਕੀ ਪਈ ਹੈ, ਹਾਂਜੀ। ਹਾਂਜੀ, ਆਟਾ ਪੀਸਣ ਵਾਲੀ ਚੱਕੀ ਹੈ ਜੀ। ਬਾਕੀ ਆਦ ਵਿੱਚ ਹੁਣ ਇਹੀ 2 ਪਾਰਟ ਹੀ ਬਚੇ ਨੇ ਇਹਦੇ। ਅੱਛਾ, ਤੇ ਤੇ ਉਧਰ ਇਸ ਤੋਂ ਇਲਾਵਾ ਕੋਈ ਹੋਰ ਵੀ ਸਮਾਨ ਹੈਗਾ? ਇਸ ਤੋਂ ਇਲਾਵਾ ਬਾਹਰ ਬੇਰੀ ਦਾ ਦਰਖਤ ਲੱਗਾ ਤੁਹਾਨੂੰ ਦੱਸਿਆ ਜੀ, ਹਾਂਜੀ, ਦਰਵਾਜ਼ੇ ਬੇਰੀ ਦਾ ਦੱਸੇ ਸਮਾਨ ਕੋਈ ਹੋਵੇ ਉਹ ਤਜੂਰੀ ਪਈ ਹੈ ਭਗਤ ਸਿੰਘ ਤਿਜੋਰੀ ਹੁਣਾਂ ਦੀ, ਹੈਗੀ। ਉਹ ਉਸ ਪਾਸੇ ਬਾਹਰਲੇ ਪਾਸੇ ਪਈ ਹੈ। ਹੈਗੀ ਹਲੇ? ਹਾਂਜੀ ਲੱਗੀ ਹੈ, ਜਿਹਦੇ ਵਿੱਚ ਭਗਤ ਸਿੰਘ ਹੁਣੀ ਆਪਣੇ ਡਾਕੂਮੈਂਟੇਸ਼ਨ ਰੱਖਦੇ ਆ ਸਾਰੇ। ਅੱਛਾ, ਚੁੱਕੇ ਜ਼ਿਮੀਦਾਰ ਸੀ ਉਸ ਦੌਰ ਦੇ। ਠੀਕ ਹੈ ਜੀ। ਔਰ ਉਸ ਹਵਾਲੇ ਨਾਲ ਚੁੱਕੇ ਬੈਂਕ ਲਾਕਰਸ ਨਹੀਂ ਹੁੰਦੇ ਸੀ। ਠੀਕ ਹੈ ਜੀ। ਉਹ ਜਿਹੜਾ ਤਗੜਾ ਕੋ ਘਰ ਹੁੰਦਾ ਸੀ ਉਹਦੀ ਤਜੋਰੀ ਹੁੰਦੀ ਸੀ ਉਸ ਠੀਕ ਕਰਕੇ ਹੈ। ਜਿਹੜਾ। ਆਓ ਦੇਖਦੇ ਹਾਂ ਥੋੜਾ ਹੋਰ ਵੀ ਇੱਧਰ ਦੇ ਰੂਮ ਦੁਆਰਾ ਇੱਕ ਵਾਰ ਫੇਰ ਦੇਖੀਏ। ਮੈਨੂੰ ਥੋੜਾ ਜਿਹਾ ਦੱਸਿਓ, ਇਹ ਆਲੇ ਜਿਹੜੇ ਰੱਖੇ ਆ ਇਹਦਾ ਕੀ ਮਕਸਦ ਹੈ ਜੀ? ਇਹ ਜਿਹਨਾਂ ਨੇ ਉਸ ਦੌਰ ਦੀ ਅਲਮਾਰੀਆਂ ਸੀਗੀਆਂ। ਅੱਛਾ, ਵਿੰਡੋ ਸੀਗੀਆਂ ਤੇ ਲੇਕਿਨ ਤੁਸੀਂ ਇਹਨੂੰ ਬੰਦ ਨਹੀਂ ਕੀਤੀਆਂ ਉਸ ਤਰ੍ਹਾਂ ਹੀ? ਉਸ ਨੇ ਰਹਿਣ ਦਿੱਤਾ ਜੀ, ਅਸੀਂ ਨੂੰ ਨਹੀਂ ਛੇੜਿਆ ਬਿਲਕੁਲ ਵੀ। ਤੇ ਇਹ ਹੁਣ ਸੀਮੈਂਟ ਹੋਇਆ ਹੋਇਆ ਜਿਸ ਤਰ੍ਹਾਂ ਹੈ ਨਾ? ਨਹੀਂ, ਇਹ ਪਹਿਲਾਂ ਕੀ ਸੀ? ਮਿੱਟੀ ਦਾ ਲੇਪ ਹੀ ਹੈ ਜੀ। ਇਹ ਵੀ ਮਿੱਟੀ ਦਾ ਮਿੱਟੀ ਹੈ ਵੀ। ਅੱਛਾ, ਸੀਮੈਂਟ ਤੇ ਉਸ ਦੌਰ ਚ ਹੁੰਦਾ ਹੀ ਨਹੀਂ ਸੀ। ਨਹੀਂ ਮਤਲਬ ਕਹਿੰਦਾ ਤੁਸੀਂ ਦੁਬਾਰਾ ਸੀਮੈਂਟ ਨਹੀਂ ਕਰਾਇਆ ਵੀ ਉਸ ਤਰ੍ਹਾਂ ਹੀ ਮਿੱਟੀ ਦਾ ਲੇਪ ਵੀ ਦੁਬਾਰਾ ਕਰਾਇਆ? ਮਿੱਟੀ ਦਾ ਲੇਪ ਇਹਨੂੰ ਜਦੋਂ ਲੋੜ ਪੈਂਦੀ, ਜਿੱਦਾਂ ਹੁਣ ਥੋੜਾ ਖਰਾਬ ਹੋਇਆ, ਹਾਂਜੀ, ਅਸੀਂ ਇਹਨੂੰ ਦੁਬਾਰਾ ਫਿਰ ਠੀਕ ਕਰਵਾ ਲਾਂਗੇ। ਠੀਕ ਹੈ। ਉਸੇ ਤਰ੍ਹਾਂ ਮਿੱਟੀ ਦਾ ਪਲਸਟਰ ਫਿਰ ਕਰਾ ਲਾਂਗੇ ਅਸੀਂ ਇਹਨੂੰ। ਆਹ ਦੇਖੋ ਥੋੜਾ ਜਿਹਾ ਹੁਣ ਠੀਕ ਹੈ ਜੀ। ਤੇ ਉੱਪਰ ਲੱਕੜ ਦਾ ਕੀ ਹੈਗਾ? ਇਹ ਨਵੀਂ ਲੱਗ ਰਹੀ ਹੈ? ਨਹੀਂ, ਇਹ ਜੋ ਕੁਝ ਹਿੱਸੇ ਨਵੇਂ ਨੇ, ਲੇਕਿਨ ਬਾਕੀਆਂ ਨੂੰ ਫਿਰ ਅੰਦਾ ਲਗਾ ਕੇ ਅੱਛਾ ਅੱਛਾ, ਫਿਰ ਜੋ ਸਕਿਨ ਨਵੀਂ ਨਿਕਲ ਆਈ ਨਾ ਉਹਨਾਂ ਸਾਫ਼ ਦੀ ਮੈਚ ਕਰ ਗਿਆ ਨਾ। ਵਾਹ ਵਾਹ, ਲੱਕੜ ਉਹੀ ਹੈ? ਲੱਕੜ ਉਹੀ ਹੈ, ਵਾਹ। ਦਿਆਰ ਦੀ ਲੱਕੜ ਹੈ ਜੀ। ਵੈਰੀ ਗੁੱਡ। ਦਿਆਰ ਦੀ ਲੱਕੜ ਦੀਆਂ ਸ਼ਤੀਰੀਆਂ, ਬਾਲੇ ਔਰ ਫੱਟੇ ਪਏ ਨੇ। ਠੀਕ ਹੈ ਜੀ। ਤੇ ਗਰਮੀਆਂ 'ਚ ਵੀ ਅੱਗੇ ਠੰਡੀ ਹੁੰਦੀ ਛੱਤ। ਅੱਛਾ, ਇਹ ਕੁਦਰਤੀ ਹੈ ਜੀ, ਇਹ ਚੀਜ਼ ਹੀ ਹੈ ਜੀ। ਆਹ ਜਿਹੜੀ ਲਾਈਟਾਂ ਤੁਸੀਂ ਲਾਈਆਂ ਕਿ ਇਹ ਵੀ? ਨਹੀਂ, ਲਾਈਟਾਂ ਆਪ ਨੂੰ ਆਈਆਂ ਜੀ, ਲੇਕਿਨ 올ਡ ਸਟਾਈਲ ਦੀਆਂ ਲੰਬੀਆਂ ਸੀ ਉਦੋਂ। Antique ਹੈ। 5-6 ਸਾਲ ਪਹਿਲਾਂ ਐਂਟੀਕ ਲਾਈਟਾਂ, ਹਾਂਜੀ। ਕਿਉਂਕਿ ਡਾਇਰੈਕਟ ਹੀ ਅਸੀਂ ਅਗਰ એનર્ਜੀ ਸੇਵਰ ਲਗਾ ਲੈਂਦੇ ਅੱਛੇ ਨਹੀਂ ਸੀ ਲੱਗਣੇ। ਠੀਕ ਹੈ ਅਸੀਂ ਜੀ। ਫਿਰ 12 ਵਾਲਾ ਇੱਕ ਸਟਾਈਲ ਨੂੰ ਅੱਛਾ ਲੱਗਿਆ, Very ਹੈਂਗਿੰਗ ਲਾਈਟ ਹੈ। ਠੀਕ ਹੈ। ਅਸੀਂ ਫਿਰ ਲਾਲਟੈਨ ਤਰਜ਼ੀ ਨਾ, ਠੀਕ ਹੈ। ਫਿਰ ਅਸੀਂ ਲਗਾਤਾ ਸੀ। ਆਹ ਤੁਹਾਡਾ ਬਾਹਰ ਸਾਈਨ ਲੱਗਿਆ? ਹਾਂਜੀ, ਇਹ ਬਾਅਦ ਫਲੈਕਸ਼ਨ ਮੇਰੀ। ਇਹ ਇੱਧਰ ਤੁਹਾਡੀ ਫੋਟੋ ਆ ਨਾਲ ਵਾਲਦ ਸਾਹਿਬ ਦੀ ਹੈ। ਉਹਨਾਂ ਦੀ ਵਾਲਦ ਸਾਹਿਬ ਦੀ ਹੈ। ਨਾਲ ਨੀਚੇ ਭਗਤ ਸਿੰਘ ਹੁਣਾਂ ਦੀ ਫੋਟੋ। ਹਾਂਜੀ ਹਾਂਜੀ, ਇੱਧਰ ਔਰ ਇੱਧਰ ਵੀ। ਵੈਰੀ ਗੁੱਡ।
ਆਪਾਂ ਦਰਸ਼ਕਾਂ ਤੋਂ ਇਜਾਜ਼ਤ ਲਈਏ ਤੇ ਦੁਆ ਕਰੀਏ ਕਿ ਤੁਸੀਂ ਇਸੇ ਤਰੀਕੇ ਨਾਲ ਸਾਡੇ ਮਹਾਨ ਸ਼ਹੀਦ ਦੀ ਜਿਹੜੀ ਇਹ ਯਾਦਗਾਰ ਹੈ ਉਹਨੂੰ ਹਮੇਸ਼ਾ ਲਈ ਸਾਂਭ ਕੇ ਰੱਖੋ। ਥੈਂਕ ਯੂ ਵੈਰੀ ਮਚ। ਸੋ ਨਾਈਸ। ਉਹਨਾਂ ਦਾ ਜੱਦੀ ਨਿਵਾਸ ਅੱਜ ਵੀ ਭਾਰਤੀ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਖਟਕੜ ਕਲਾਂ ਪਿੰਡ ਵਿੱਚ ਸਥਿਤ ਹੈ। ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਜੀ ਦਾ ਨਾਮ ਵਿਦਿਆਵਤੀ ਸੀ। ਇਹ ਇੱਕ ਸਿੱਖ ਪਰਿਵਾਰ ਸੀ ਜਿਨ੍ਹਾਂ ਨੇ ਆਰੀਆ ਸਮਾਜ ਦੇ ਵਿਚਾਰਾਂ ਨੂੰ ਅਪਣਾ ਲਿਆ ਸੀ। ਅੰਮ੍ਰਿਤਸਰ ਵਿੱਚ 13 ਅਪ੍ਰੈਲ 1919 ਨੂੰ ਹੋਏ ਜਲਿਆਂਵਾਲਾ ਬਾਗ ਹੱਤਿਆ ਕਾਂਡ ਨੇ ਭਗਤ ਸਿੰਘ ਦੀ ਸੋਚ ਤੇ ਡੂੰਘਾ ਅਸਰ ਪਾਇਆ ਸੀ। ਭਗਤ ਸਿੰਘ ਦੀ ਮੁੱਢਲੀ ਸਿੱਖਿਆ ਲਾਇਲਪੁਰ ਦੇ ਜ਼ਿਲ੍ਹਾ ਬੋਰਡ ਪ੍ਰਾਇਮਰੀ ਸਕੂਲ 'ਚ ਹੋਈ। ਬਾਅਦ ਵਿੱਚ ਉਹ DAV ਹਾਈ ਸਕੂਲ ਲਾਹੌਰ 'ਚ ਦਾਖਲ ਹੋ ਗਏ। ਨਾਭਾ ਰਿਆਸਤ ਦੇ ਰਾਜਾ ਰੀਪੂ ਦਮਨ ਸਿੰਘ ਦੇ ਹੱਕਾਂ ਦੀ ਬਹਾਲੀ ਲਈ ਲੜੇ ਗਏ ਜੈਤੋਂ ਦੇ ਮੋਰਚੇ ਵੇਲੇ ਉਹ 16 ਸਾਲ ਦੇ ਸੀ। ਨਵਾਂ ਸ਼ਹਿਰ ਜ਼ਿਲ੍ਹਾ ਦੇ ਪਿੰਡ ਖਟਕੜ ਕਲਾਂ ਦੀ ਫਿਜ਼ਾ 'ਚ ਅੱਜ ਵੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਇਨਕਲਾਬੀ ਊਰਜਾ ਦੀ ਭਾਵਨਾ ਤੈਰਦੀ ਮਹਿਸੂਸ ਹੁੰਦੀ ਹੈ। ਇੱਥੇ ਪੁੱਜਦੇ ਸਾਰ ਮਨ 'ਚ ਦੇਸ਼ ਭਗਤੀ ਦਾ ਜਜ਼ਬਾ ਭਾਰੂ ਪੈਣ ਲੱਗਦਾ ਹੈ ਤੇ ਲੋਕ ਸ਼ਹੀਦਾਂ ਦੇ ਆਦਰਸ਼ਾਂ ਤੇ ਚੱਲਣ ਦਾ ਸੰਕਲਪ ਲੈਂਦੇ ਨਜ਼ਰ ਆਉਂਦੇ ਨੇ। ਇੱਥੋਂ ਦੇ ਅਜਾਇਬ ਘਰ ਵਿੱਚ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਅਸਥੀਆਂ ਤੇ ਖੂਨ ਨਾਲ ਲਿਬੜੀਆਂ ਅਖਬਾਰਾਂ ਦੇਖ ਕੇ ਮਨ ਜਜ਼ਬਾਤੀ ਹੋ ਉੱਠਦਾ ਹੈ। ਮਾਤਾ ਵਿਦਿਆਵਤੀ ਦੀ ਨਾ ਦਿਲੀ ਇੱਛਾ ਸੀਗੀ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਇੱਥੇ ਇੱਕ ਅਜਾਇਬ ਘਰ ਬਣਾਇਆ ਜਾਏ। ਉਹਨਾਂ ਦੀ ਦਿਲੀ ਇੱਛਾ ਤੇ ਸ਼ਹੀਦ ਭਗਤ ਸਿੰਘ ਦੀਆਂ ਯਾਦਾਂ ਸੰਜੋ ਕੇ ਮੁੱਖ ਸੜਕ ਤੇ ਅਜਾਇਬ ਘਰ ਬਣਾਇਆ ਗਿਆ। ਇਸ ਅਜਾਇਬ ਘਰ ਵਿੱਚ ਸ਼ਹੀਦ ਭਗਤ ਸਿੰਘ ਦੀ ਛੋਟੀ ਭੈਣ ਅਮਰ ਕੌਰ ਵੱਲੋਂ ਇਕੱਠੀਆਂ ਕੀਤੀਆਂ ਗਈਆਂ ਤਿੰਨੇ ਸ਼ਹੀਦਾਂ ਦੀਆਂ ਅਸਥੀਆਂ ਪਈਆਂ। 23 ਮਾਰਚ 1931 ਨੂੰ ਫਾਂਸੀ ਤੋਂ ਬਾਅਦ ਅਗਲੇ ਦਿਨ ਤਿੰਨਾਂ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ। ਇਸ ਤੋਂ ਇਲਾਵਾ ਉਹਨਾਂ ਦੀਆਂ ਹੱਥ ਲਿਖਤ ਚਿੱਠੀਆਂ, ਜਨਮ ਪੱਤਰੀ, ਪਰਿਵਾਰ ਦੀਆਂ ਤਸਵੀਰਾਂ ਅਤੇ 24 ਮਾਰਚ 1931 ਨੂੰ ਪ੍ਰਕਾਸ਼ਿਤ ਦਾ ਟ੍ਰਿਬਿਊਨ ਅਖਬਾਰ 'ਚ ਸ਼ਹਾਦਤ ਦੀ ਗਾਥਾ ਛਪੀ। ਸ਼ਹੀਦ ਸੁਖਦੇਵ ਦੀ ਟੋਪੀ, ਸ਼ਹੀਦ ਭਗਤ ਸਿੰਘ ਦੀ ਸੁਰਮੇਦਾਨੀ, ਗੀਤਾ ਬਟੂਆ, ਭਗਤ ਸਿੰਘ ਸੁਖਦੇਵ ਰਾਜਗੁਰੂ ਦੀ ਫਾਂਸੀ ਦਾ ਫਰਮਾਨ ਲਿਖਣ ਵਾਲੀ ਕਲਮ, ਜੇਲ੍ਹ ਡਾਇਰੀ, ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਨੂੰ ਦਰਸਾਉਣ ਵਾਲੇ ਚਿੱਤਰ, 12 ਸਾਲ ਦੇ ਭਗਤ ਸਿੰਘ ਦੀ ਤਸਵੀਰ, ਆਪਣੀ ਮਾਤਾ ਵਿਦਿਆਵਤੀ ਤੇ ਚਾਚੀ ਨਾਲ ਬੈਠੇ ਭਗਤ ਸਿੰਘ ਦੀ ਤਸਵੀਰ। ਮਾਤਾ ਵਿਦਿਆਵਤੀ ਨੂੰ ਸਨਮਾਨ ਦਿੰਦੇ ਹੋਏ ਗਿਆਨੀ ਜੈਲ ਸਿੰਘ ਦੀਆਂ ਤਸਵੀਰਾਂ ਲੋਕਾਂ ਲਈ ਖਿੱਚ ਦਾ ਕੇਂਦਰ ਨੇ। ਬਦਅਮਨੀ ਦੇ ਇਸ ਆਲਮ ਅਤੇ ਹੱਕੀ ਅੰਦੋਲਨਾਂ ਨੂੰ ਕੁਚਲਣ ਦੇ ਲਈ ਅੰਗਰੇਜ਼ ਹਕੂਮਤ ਦੀਆਂ ਸਖਤੀਆਂ ਨੇ ਭਗਤ ਸਿੰਘ ਦੀ ਮਨੋਦਸ਼ਾ ਘੜੀ। ਭਗਤ ਸਿੰਘ ਨੇ 1923 ਵਿੱਚ ਲਾਹੌਰ ਦੇ ਨੈਸ਼ਨਲ ਕਾਲਜ ਵਿੱਚ ਦਾਖਲਾ ਲਿਆ। ਉਸ ਵੇਲੇ ਤੱਕ ਇਹ ਨੌਜਵਾਨ ਉਰਦੂ, ਹਿੰਦੀ, ਪੰਜਾਬੀ, ਅੰਗਰੇਜ਼ੀ ਤੇ ਸੰਸਕ੍ਰਿਤ ਭਾਸ਼ਾਵਾਂ ਤੇ ਖਾਸੀ ਪਕੜ ਬਣਾ ਚੁੱਕਿਆ ਸੀ। ਭਗਤ ਸਿੰਘ ਦੀ ਇੱਕ ਫੋਟੋ ਵਿੱਚ ਜਿਸ ਵਿੱਚ ਉਹਨਾਂ ਨੇ ਪੱਗ ਬੰਨੀ ਹੋਈ ਹੈ ਤੇ ਉਹ ਮੁੱਛ ਫੁੱਟ ਗੱਭਰੂ ਦਿਖ ਰਹੇ ਨੇ, ਉਸੇ ਡਰਾਮਾ ਕਲੱਬ ਦੀ ਯਾਦਗਾਰ ਹੈ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਮੈਂਬਰ ਬਣੇ ਤੇ 1 ਸਾਲ ਬਾਅਦ ਪਰਿਵਾਰ ਵੱਲੋਂ ਵਿਆਹ ਲਈ ਜ਼ੋਰ ਪਾਉਣ ਕਾਰਨ ਉਹਨਾਂ ਨੇ ਲਾਹੌਰ ਵਿਚਲਾ ਘਰ ਛੱਡ ਦਿੱਤਾ ਤੇ ਕਾਨਪੁਰ ਡੇਰੇ ਲਾ ਲਏ। ਲਾਹੌਰ ਦੇ ਨੈਸ਼ਨਲ ਕਾਲਜ ਦੀ ਪੜ੍ਹਾਈ ਛੱਡ ਕੇ ਭਗਤ ਸਿੰਘ ਉਪਰੋਕਤ ਕ੍ਰਾਂਤੀਕਾਰੀ ਸੰਗਠਨਾਂ ਦੇ ਨਾਲ ਜੁੜੇ। ਸਤੰਬਰ 1928 ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਹੋਣਾ ਨੇ ਆਜ਼ਾਦੀ ਲਈ ਸੰਘਰਸ਼ ਜਾਰੀ ਰੱਖਿਆ ਹੋਇਆ ਸੀ। ਭਗਤ ਸਿੰਘ ਨੇ ਭਾਰਤ ਦੀ ਆਜ਼ਾਦੀ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਕ੍ਰਾਂਤੀਕਾਰੀ ਸਾਥੀ ਵੁਡਕੇਸ਼ਵਰ ਦੱਤ ਦੇ ਨਾਲ ਮਿਲ ਕੇ ਭਗਤ ਸਿੰਘ ਨੇ ਨਵੀਂ ਦਿੱਲੀ ਦੀ ਸੈਂਟਰਲ ਅਸੈਂਬਲੀ ਦੇ ਸਭਾ ਹਾਲ ਵਿੱਚ 8 ਅਪ੍ਰੈਲ 1928 ਨੂੰ ਅੰਗਰੇਜ਼ ਸਰਕਾਰ ਨੂੰ ਜਗਾਉਣ ਦੇ ਲਈ ਬੰਬ ਅਤੇ ਪਰਚੇ ਸੁੱਟੇ। ਬੰਬ ਸੁੱਟਣ ਦੇ ਬਾਅਦ ਉੱਥੇ ਹੀ ਦੋਨਾਂ ਨੇ ਆਪਣੀ ਗ੍ਰਿਫਤਾਰੀ ਦਿੱਤੀ। ਉਸ ਸਮੇਂ ਭਗਤ ਸਿੰਘ ਕਰੀਬ 12 ਸਾਲ ਦੇ ਸੀ ਜਦੋਂ ਜਲਿਆਂਵਾਲਾ ਬਾਗ ਹੱਤਿਆ ਕਾਂਡ ਹੋਇਆ ਸੀ। ਇਸ ਦੀ ਸੂਚਨਾ ਮਿਲਦੇ ਹੀ ਭਗਤ ਸਿੰਘ ਆਪਣੇ ਸਕੂਲ ਤੋਂ 12 ਮੀਲ ਪੈਦਲ ਚੱਲ ਕੇ ਜਲਿਆਂਵਾਲਾ ਬਾਗ ਪਹੁੰਚੇ। ਇਸ ਉਮਰ ਵਿੱਚ ਭਗਤ ਸਿੰਘ ਆਪਣੇ ਚਾਚਿਆਂ ਦੀਆਂ ਕ੍ਰਾਂਤੀਕਾਰੀ ਕਿਤਾਬਾਂ ਪੜ੍ਹਦੇ ਅਤੇ ਸੋਚਦੇ ਸਨ ਕਿ ਉਹਨਾਂ ਦਾ ਰਸਤਾ ਠੀਕ ਹੈ ਕਿ ਨਹੀਂ। ਗਾਂਧੀ ਜੀ ਦੇ ਨਾਮਲਵਰਤਨ ਅੰਦੋਲਨ ਛਿੜਨ ਦੇ ਬਾਅਦ ਉਹ ਗਾਂਧੀ ਜੀ ਦੇ ਅਹਿੰਸਕ ਤਰੀਕਿਆਂ ਤੇ ਹਿੰਸਕ ਅੰਦੋਲਨ ਵਿੱਚੋਂ ਆਪਣੇ ਲਈ ਰਸਤਾ ਚੁਣਨ ਲੱਗੇ। ਮਹਾਤਮਾ ਗਾਂਧੀ ਦੇ ਅਸਹਿਯੋਗ ਅੰਦੋਲਨ ਨੂੰ ਮਨਸੂਖ ਕਰ ਦੇਣ ਕਾਰਨ
ਉਹਨਾਂ ਅੰਦਰ ਇੱਕ ਰੋਸ ਨੇ ਜਨਮ ਲਿਆ ਅਤੇ ਉੜਕ ਉਹਨਾਂ ਨੇ ਇਨਕਲਾਬ ਅਤੇ ਦੇਸ਼ ਦੀ ਆਜ਼ਾਦੀ ਲਈ ਹਿੰਸਾ ਨੂੰ ਅਪਣਾਉਣਾ ਅਣਉਚਿਤ ਨਹੀਂ ਸਮਝਿਆ। ਉਹਨਾਂ ਨੇ ਕ੍ਰਾਂਤੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਉਹ ਆਪਣੇ ਦਲ ਦੇ ਪ੍ਰਮੁੱਖ ਕ੍ਰਾਂਤੀਕਾਰੀਆਂ ਵਿੱਚੋਂ ਸਿਰ ਕੱਢ ਬਣ ਗਏ। ਉਹਨਾਂ ਦੇ ਦਲ ਦੇ ਪ੍ਰਮੁੱਖ ਕ੍ਰਾਂਤੀਕਾਰੀਆਂ ਦੇ ਵਿੱਚ ਚੰਦਰ ਸ਼ੇਖਰ ਆਜ਼ਾਦ, ਸੁਖਦੇਵ ਰਾਜਗੁਰੂ ਅਤੇ ਭਗਵਤੀ ਚਰਨ ਵੋਰਾ ਹੋਰ ਵੀ ਕਈ ਸ਼ਾਮਲ ਸਨ। ਜੇਲ੍ਹ ਵਿੱਚ ਭਗਤ ਸਿੰਘ ਹੋਣਾ ਨੇ 2 ਸਾਲ ਗੁਜ਼ਾਰੇ। ਮੁਕੱਦਮੇ ਦੌਰਾਨ ਭਾਰਤ ਦੇ ਇਸ ਮਹਾਨ ਸਪੂਤ ਨੇ ਆਪਣੀ ਰਿਹਾਈ ਲਈ ਭੋਰਾ ਵੀ ਜ਼ੋਰ ਨਹੀਂ ਲਾਇਆ, ਪਰ ਦੇਸ਼ ਦੀ ਆਜ਼ਾਦੀ ਲਈ ਆਖਰੀ ਸਾਹ ਤੱਕ ਲੜਨ ਦਾ ਐਲਾਨ ਕੀਤਾ। ਜੇਲ੍ਹ ਵਿੱਚ ਭਗਤ ਸਿੰਘ ਅਤੇ ਬਾਕੀ ਸਾਥੀਆਂ ਨੇ 64 ਦਿਨਾਂ ਤੱਕ ਭੁੱਖ ਹੜਤਾਲ ਕੀਤੀ। 5 ਜੁਲਾਈ 1929 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਾਂਗਰਸ ਸਕੱਤਰ ਦੀ ਹੈਸੀਅਤ ਦੇ ਨਾਲ ਪ੍ਰੈਸ ਨੂੰ ਇੱਕ ਬਿਆਨ ਦਿੱਤਾ। ਮੈਂ ਬਹੁਤ ਦੁੱਖ ਨਾਲ ਭਗਤ ਸਿੰਘ ਅਤੇ ਦੱਤ ਦੀ ਭੁੱਖ ਹੜਤਾਲ ਦਾ ਸਮਾਚਾਰ ਸੁਣਿਆ। ਪਿਛਲੇ 20 ਜਾਂ ਜ਼ਿਆਦਾ ਦਿਨਾਂ ਤੋਂ ਉਹਨਾਂ ਨੇ ਕੁਝ ਵੀ ਖਾਣ ਤੋਂ ਆਪਣੇ ਆਪ ਨੂੰ ਦੂਰ ਰੱਖਿਆ ਹੈ। ਮੈਨੂੰ ਪਤਾ ਚੱਲਿਆ ਹੈ ਕਿ ਜ਼ਬਰਦਸਤੀ ਵੀ ਖਾਣਾ ਖਿਲਾਇਆ ਜਾ ਰਿਹਾ। ਅਜਿਹੇ ਆਪਣੀ ਇੱਛਾ ਨਾਲ ਅਪਣਾਏ ਕਸ਼ਟ ਦੇ ਵਕਤ ਸਾਡੇ ਸਭ ਦੇ ਦਿਲ ਦੇ ਨੇੜੇ ਨੇ। ਉਹ ਆਪਣੇ ਕਿਸੇ ਸਵਾਰਥ ਲਈ ਭੁੱਖ ਹੜਤਾਲ ਤੇ ਨਹੀਂ ਹੈਗੇ, ਸਗੋਂ ਰਾਜਨੀਤਿਕ ਕੈਦੀਆਂ ਦੀ ਹਾਲਤ ਸੁਧਾਰਨ ਦੇ ਲਈ ਅਜਿਹਾ ਕਰ ਰਹੇ ਨੇ। ਜਿਵੇਂ ਜਿਵੇਂ ਦਿਨ ਗੁਜ਼ਰ ਰਹੇ ਨੇ ਅਸੀਂ ਇਸ ਔਖੀ ਪ੍ਰੀਖਿਆ ਨੂੰ ਬੜੀ ਉਤੇਜਨਾ ਨਾਲ ਵੇਖਦੇ ਰਹਾਂਗੇ ਅਤੇ ਮਨ ਵਿੱਚ ਤੀਬਰ ਇੱਛਾ ਰੱਖਾਂਗੇ ਕਿ ਸਾਡੇ ਇਹ ਦੋਨੋਂ ਬਹਾਦਰ ਭਰਾ ਇਸ ਅਗਨੀ ਪ੍ਰੀਖਿਆ 'ਚ ਸਫਲ ਹੋਣ। ਫਾਂਸੀ ਦੇ ਬਾਅਦ ਕਈ ਅੰਦੋਲਨ ਨਾ ਭੜਕ ਜਾਏ, ਇਸ ਦੇ ਡਰ ਤੋਂ ਅੰਗਰੇਜ਼ਾਂ ਨੇ ਪਹਿਲਾਂ ਉਹਨਾਂ ਲਾਸ਼ਾਂ ਦੇ ਟੁਕੜੇ ਕੀਤੇ ਅਤੇ ਫਿਰ ਬੋਰੀਆਂ 'ਚ ਭਰ ਕੇ ਫਿਰੋਜ਼ਪੁਰ ਦੇ ਵੱਲ ਲੈ ਗਏ, ਜਿੱਥੇ ਮਿੱਟੀ ਦਾ ਤੇਲ ਪਾ ਕੇ ਇਹਨਾਂ ਨੂੰ ਜਲਾਇਆ ਜਾਣ ਲੱਗਾ। ਪਿੰਡ ਦੇ ਲੋਕਾਂ ਨੇ ਅੱਗ ਵੇਖੀ ਤਾਂ ਕੋਲ ਆਏ। ਇਸ ਤੋਂ ਡਰ ਕੇ ਅੰਗਰੇਜ਼ ਉਹਨਾਂ ਦੀਆਂ ਲਾਸ਼ਾਂ ਦੇ ਅੱਧ ਜਲੇ ਟੁਕੜੇ ਸਤਲੁਜ ਨਦੀ ਵਿੱਚ ਸੁੱਟ ਕੇ ਭੱਜਣ ਲੱਗੇ। ਜਦੋਂ ਪਿੰਡ ਵਾਲੇ ਕੋਲ ਆਏ ਤਾਂ ਉਹਨਾਂ ਨੇ ਉਹਨਾਂ ਦੀਆਂ ਲਾਸ਼ਾਂ ਦੇ ਟੁਕੜਿਆਂ ਨੂੰ ਇਕੱਠੇ ਕਰਕੇ ਵਿਧੀਵਤ ਦਾਹ ਸੰਸਕਾਰ ਕੀਤਾ। ਭਗਤ ਸਿੰਘ ਹਮੇਸ਼ਾ ਲਈ ਅਮਰ ਹੋ ਗਏ। ਭਗਤ ਸਿੰਘ ਜੀ ਨੂੰ ਹਿੰਦੀ, ਉਰਦੂ, ਪੰਜਾਬੀ ਅਤੇ ਅੰਗਰੇਜ਼ੀ ਤੋਂ ਇਲਾਵਾ ਬੰਗਲਾ ਵੀ ਆਉਂਦੀ ਸੀ, ਜੋ ਕਿ ਉਹਨਾਂ ਨੇ ਵੁਟਕੇਸ਼ਵਰ ਦੱਤ ਤੋਂ ਸਿੱਖੀ ਸੀ। ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਲਾਉਣ ਦੀ ਮਿਤੀ 24 ਮਾਰਚ 1931 ਜਿਹੜੀ ਹੈ ਉਹ ਦੱਸੀ ਗਈ ਸੀ, ਪਰ ਲੋਕਾਂ ਦਾ ਇਕੱਠ 23 ਮਾਰਚ ਸਵੇਰ ਤੋਂ ਜੇਲ੍ਹ ਦੇ ਗੇਟ ਦੇ ਬਾਹਰ ਇਕੱਠਾ ਹੋਣ ਲੱਗਿਆ। ਲੋਕਾਂ ਦੀ ਬਗਾਵਤ ਤੋਂ ਡਰਦਿਆਂ ਅੰਗਰੇਜ਼ ਹਕੂਮਤ ਨੇ ਇੱਕ ਕੋਝੀ ਚਾਲ ਚੱਲਦਿਆਂ 23 ਮਾਰਚ 1931 ਨੂੰ ਸ਼ਾਮ 7:30 ਵਜੇ ਫਾਂਸੀ ਦੇਣ ਦੀ ਯੋਜਨਾ ਬਣਾਈ। ਜਦੋਂ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਫਾਂਸੀ ਦੇ ਤਖਤੇ ਤੱਕ ਲਿਜਾਣ ਦੇ ਲਈ ਪੁਲਿਸ ਕਰਮਚਾਰੀ ਆਏ ਤਾਂ ਉਸ ਸਮੇਂ ਭਗਤ ਸਿੰਘ ਲੈਨਨ ਦੀ ਜੀਵਨੀ ਪੜ੍ਹ ਰਹੇ ਸੀ। ਫਾਂਸੀ ਸਮੇਂ ਭਗਤ ਸਿੰਘ ਹੁਣਾਂ ਦੀ ਉਮਰ 23 ਸਾਲ 5 ਮਹੀਨੇ 27 ਦਿਨ ਸੀ। ਲੋਕਾਂ ਦੇ ਡਰ ਤੋਂ, ਇਕੱਠਿਆਂ ਹੋਣ ਤੋਂ, ਉਹਨਾਂ ਦੇ ਡਰ ਤੋਂ ਜੇਲ੍ਹ ਦੀ ਪਿਛਲੀ ਦੀਵਾਰ ਤੋੜ ਕੇ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀਆਂ ਲਾਸ਼ਾਂ ਹਸੈਨੀ ਵਾਲਾ ਸਤਲੁਜ ਦਰਿਆ ਦੇ ਕੰਢੇ ਤੇ ਜਲਾ ਦਿੱਤੀਆਂ ਗਈਆਂ। ਲੋੜ ਹੈ ਅੱਜ ਉਹਨਾਂ ਦੇ ਵਿਖਾਏ ਰਸਤੇ ਤੇ ਚੱਲਣ ਦੀ। ਬੇਸ਼ੱਕ ਭਗਤ ਸਿੰਘ ਤੇ ਉਸਦੇ ਸਾਥੀ ਸਾਡੇ ਦਿਲਾਂ ਵਿੱਚ ਹਮੇਸ਼ਾ ਲਈ ਅਮਰ ਹੋ ਗਏ ਨੇ, ਪਰ ਫਿਰ ਵੀ ਉਹਨਾਂ ਦੇ ਦੱਸੇ ਹੋਏ ਰਸਤਿਆਂ ਤੇ ਚੱਲਣਾ ਜ਼ਰੂਰੀ ਹੈ। ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੇ 20 ਮਾਰਚ 1931 ਨੂੰ ਪੰਜਾਬ ਦੇ ਗਵਰਨਰ ਨੂੰ ਇੱਕ ਚਿੱਠੀ ਲਿਖੀ। ਇਸ ਚਿੱਠੀ ਵਿੱਚ ਉਹਨਾਂ ਨੇ ਬੇਨਤੀ ਕੀਤੀ ਕਿ ਉਹਨਾਂ ਨੂੰ ਫਾਂਸੀ ਲਾਉਣ ਦੀ ਬਜਾਏ ਫੌਜੀ ਦਸਤੇ ਵੱਲੋਂ ਗੋਲੀ ਨਾਲ ਉਡਾਇਆ ਜਾਏ, ਕਿਉਂਕਿ ਉਹਨਾਂ ਨੂੰ ਇੰਗਲੈਂਡ ਦੇ ਸ਼ਹਿਨਸ਼ਾਹ ਦੇ ਖਿਲਾਫ ਜੰਗ ਛੇੜਨ ਦੇ ਦੋਸ਼ੀ ਠਹਿਰਾਇਆ ਗਿਆ। ਇਸ ਕਰਕੇ ਉਹ ਜੰਗੀ ਕੈਦੀ ਨੇ। ਅਖੀਰ ਹਕੂਮਤ ਨੇ ਉਹਨਾਂ ਨੂੰ 23 ਮਾਰਚ 1931 ਨੂੰ ਸ਼ਾਮ 7 ਵਜੇ ਫਾਂਸੀ ਲਾਉਣ ਦਾ ਫੈਸਲਾ ਲਿਆ, ਪਰ ਇਹ ਖਬਰ 24 ਮਾਰਚ ਦੀ ਸਭਾ ਨੂੰ ਨਸ਼ਰ ਕੀਤੀ ਜਾਣੀ ਸੀ। 23 ਮਾਰਚ ਨੂੰ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਧਿਕਾਰੀਆਂ ਦੇ ਅੜੀਅਲ ਵਤੀਰੇ ਕਾਰਨ ਆਪਣੇ ਵਿਛੜ ਰਹੇ ਪਿਆਰਿਆਂ ਨੂੰ ਆਖਰੀ ਵਾਰ ਮਿਲਣ ਦਾ ਮੌਕਾ ਵੀ ਨਾ ਮਿਲ ਸਕਿਆ। ਉਹ ਨਾਅਰੇ ਮਾਰਦੇ ਰਹੇ, ਦੇਸ਼ ਭਗਤੀ ਦੇ ਗੀਤ ਗਾਉਂਦੇ ਅਤੇ ਮੌਤ ਦੇ ਨਿਆਂਹੀਣ ਫੈਸਲਾ ਸੁਣਾਉਣ ਵਾਲੇ ਨਿਜ਼ਾਮ ਦਾ ਮੂੰਹ ਚੜਾਉਂਦੇ ਹੋਏ ਫਾਂਸੀ ਦੇ ਤਖਤੇ ਤੇ ਜਾ ਚੜੇ। ਭਾਰਤੀ ਸੁਤੰਤਰਤਾ ਸੰਗਰਾਮ 'ਚ ਲਾਲਾ ਲਾਜਪਤ ਰਾਏ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਹ ਸਾਈਮਨ ਕਮਿਸ਼ਨ ਦੇ ਵਿਰੋਧ ਵਿੱਚ ਸ਼ਾਮਲ ਸੀ, ਜਿਸ ਵਿੱਚ ਲਾਠੀ ਚਾਰਜ ਦੇ ਦੌਰਾਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋਏ। ਇਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਤੇ 17 ਨਵੰਬਰ 1928 ਨੂੰ ਉਹਨਾਂ ਦੀ ਮੌਤ ਹੋ ਗਈ। ਉਹ ਸ਼ਹੀਦੀ ਪਾ ਗਏ। ਭਗਤ ਸਿੰਘ ਨੇ ਸੁਖਦੇਵ, ਰਾਜਗੁਰੂ ਤੇ ਚੰਦਰ ਸ਼ੇਖਰ ਆਜ਼ਾਦ ਨਾਲ ਮਿਲ ਕੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ।
ਉਹਨਾਂ ਦੀ ਮੌਤ ਤੋਂ ਠੀਕ 1 ਮਹੀਨੇ ਬਾਅਦ ਲਾਹੌਰ ਵਿੱਚ 17 ਦਸੰਬਰ 1928 ਨੂੰ ਰਾਜਗੁਰੂ ਤੇ ਭਗਤ ਸਿੰਘ ਨੇ ਅੰਗਰੇਜ਼ ਅਫਸਰ ਸਾਂਡਰਸ ਨੂੰ ਗੋਲੀ ਮਾਰ ਦਿੱਤੀ। ਹਾਲਾਂਕਿ ਉਹਨਾਂ ਦਾ ਨਿਸ਼ਾਨਾ ਲਾਠੀ ਚਾਰਜ ਕਰਵਾਉਣ ਵਾਲਾ ਜੇਮਸ ਏ ਸਕੌਟ ਸੀ, ਪਰ ਪਛਾਣ 'ਚ ਨਾ ਆਉਣ ਕਰਕੇ ਸਾਂਡਰਸ ਦੀ ਹੱਤਿਆ ਹੋ ਗਈ। ਭਗਤ ਸਿੰਘ ਤੇ ਰਾਜਗੁਰੂ ਦਾ ਪਿੱਛਾ ਕਰਨ ਵਾਲੇ ਇੱਕ ਭਾਰਤੀ ਕਨਸਟੇਬਲ ਨੂੰ ਚੰਦਰ ਸ਼ੇਖਰ ਆਜ਼ਾਦ ਨੇ ਗੋਲੀ ਮਾਰੀ। ਭਗਤ ਸਿੰਘ ਤੇ ਉਹਨਾਂ ਦੇ ਸਾਥੀ ਕਈ ਮਹੀਨੇ ਫਰਾਰ ਰਹੇ। ਇਸ ਤੋਂ ਬਾਅਦ 1929 ਨੂੰ ਬਟਕੇਸ਼ਵਰ ਦੱਤ ਤੇ ਭਗਤ ਸਿੰਘ ਨੇ ਦਿੱਲੀ ਅਸੈਂਬਲੀ 'ਚ ਬੰਬ ਸੁੱਟਿਆ। ਇਹ ਬੰਬ ਕਿਸੇ ਦੀ ਹੱਤਿਆ ਲਈ ਨਹੀਂ, ਸਗੋਂ ਅੰਗਰੇਜ਼ ਹਕੂਮਤ ਨੂੰ ਆਪਣੇ ਇਰਾਦੇ ਦੱਸਣ ਦੇ ਲਈ ਸੁੱਟਿਆ ਸੀ। ਅੰਗਰੇਜ਼ੀ ਸਰਕਾਰ 2 ਅਜਿਹੇ ਬਿੱਲ ਲਿਆ ਰਹੀ ਸੀ ਜੋ ਭਾਰਤੀਆਂ ਦੇ ਹਿੱਤ 'ਚ ਨਹੀਂ ਸਨ। ਇਸੇ ਨੂੰ ਰੋਕਣ ਦੇ ਲਈ ਇੱਕ ਕਦਮ ਉਠਾਇਆ ਗਿਆ ਸੀ। ਬਟਕੇਸ਼ਵਰ ਦੱਤ ਤੇ ਭਗਤ ਸਿੰਘ ਉੱਥੋਂ ਭੱਜ ਸਕਦੇ ਸੀ, ਪਰ ਦੋਵੇਂ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਉੱਥੇ ਖੜੇ ਰਹੇ ਤੇ ਗ੍ਰਿਫਤਾਰੀ ਦੇ ਦਿੱਤੀ। ਇਸ ਘਟਨਾ ਤੋਂ ਬਾਅਦ ਹੋਰ ਵੀ ਕ੍ਰਾਂਤੀਕਾਰੀਆਂ ਦੀ ਗ੍ਰਿਫਤਾਰੀ ਹੋਈ। ਰਾਜਗੁਰੂ ਨੂੰ ਪੁਣੇ ਤੋਂ ਗ੍ਰਿਫਤਾਰ ਕੀਤਾ ਗਿਆ। ਲਾਹੌਰ 'ਚ ਬੰਬ ਫੈਕਟਰੀ ਫੜੇ ਜਾਣ ਤੋਂ ਬਾਅਦ ਸੁਖਦੇਵ ਦੀ ਵੀ ਗ੍ਰਿਫਤਾਰੀ ਹੋਈ। ਸਾਰੇ ਵੱਖ-ਵੱਖ ਦੇਸ਼ਾਂ 'ਚ ਗ੍ਰਿਫਤਾਰ ਹੋਏ, ਪਰ ਸਾਂਡਰਸ ਦੀ ਹੱਤਿਆ 'ਚ ਤਿੰਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਦੇਸ਼ ਦੀ ਆਜ਼ਾਦੀ ਲਈ ਕਈ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ, ਫਿਰ ਜਾ ਕੇ ਅਸੀਂ ਆਜ਼ਾਦ ਹੋਏ ਹਾਂ ਤੇ ਬੇਖੌਫ ਜ਼ਿੰਦਗੀ ਜੀ ਰਹੇ ਹਾਂ। 23 ਮਾਰਚ ਨੂੰ 3 ਅਜਿਹੇ ਸੂਰਬੀਰਾਂ ਦੀ ਸ਼ਹਾਦਤ ਦਿਵਸ ਦੇ ਰੂਪ 'ਚ ਜਾਣਿਆ ਜਾਂਦਾ ਹੈ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ। ਭਾਰਤ ਦੀ ਧਰਤੀ ਤੇ ਬਹੁਤ ਸਾਰੇ ਆਜ਼ਾਦੀ ਘੁਲਾਟੀਆਂ ਨੇ ਜਨਮ ਲਿਆ। ਆਜ਼ਾਦੀ ਘੁਲਾਟੀਆਂ ਬਾਰੇ ਗੱਲ ਕਰਦਿਆਂ ਭਗਤ ਸਿੰਘ ਹੋਣਾ ਦਾ ਨਾਮ ਸਭ ਤੋਂ ਪਹਿਲਾਂ ਜ਼ਿਹਨ 'ਚ ਆਉਂਦਾ ਹੈ। ਭਗਤ ਸਿੰਘ ਭਾਰਤੀ ਰਾਸ਼ਟਰਵਾਦੀ ਅੰਦੋਲਨ ਦੇ ਪ੍ਰਭਾਵਸ਼ਾਲੀ ਇਨਕਲਾਬੀਆਂ ਚੋਂ ਇੱਕ ਸੀ। ਉਹ ਛੋਟੀ ਉਮਰ 'ਚ ਆਜ਼ਾਦੀ ਸੰਘਰਸ਼ ਵਿੱਚ ਸ਼ਾਮਲ ਹੋਏ। ਕੇਵਲ 23 ਸਾਲ ਦੀ ਉਮਰ 'ਚ ਦੇਸ਼ ਲਈ ਸ਼ਹੀਦ ਹੋਏ। ਸ਼ਹੀਦ ਭਗਤ ਸਿੰਘ ਨੂੰ ਯੂਥ ਆਈਕਨ ਤੇ ਨੌਜਵਾਨਾਂ ਦਾ ਇਨਕਲਾਬੀ ਜਾਂ ਹੋਰ ਵੀ ਕਈ ਨਾਮਾਂ ਦੇ ਨਾਲ ਜਾਣਿਆ ਜਾਂਦਾ ਹੈ। ਘਰਦਿਆਂ ਵੱਲੋਂ ਵਿਆਹ ਲਈ ਜ਼ੋਰ ਪਾਉਣ ਤੇ ਭਗਤ ਸਿੰਘ ਨੇ ਘਰ ਛੱਡ ਦਿੱਤਾ। ਅਸਲ 'ਚ ਉਹ ਆਪਣਾ ਵਿਆਹ ਲਾੜੀ ਮੌਤ ਦੇ ਨਾਲ ਕਰਵਾਉਣਾ ਚਾਹੁੰਦੇ ਸੀ। ਘਰ ਛੱਡਣ ਸਮੇਂ ਉਹਨਾਂ ਨੇ ਇੱਕ ਚਿੱਠੀ 'ਚ ਲਿਖਿਆ ਸੀਗਾ ਕਿ ਮੇਰੇ ਜੀਵਨ ਦਾ ਸਭ ਤੋਂ ਉੱਤਮ ਮਕਸਦ ਦੇਸ਼ ਦੀ ਆਜ਼ਾਦੀ ਲਈ ਸਮਰਪਿਤ ਹੋਣਾ ਹੈ। ਇਸ ਲਈ ਕੋਈ ਆਰਾਮ ਜਾਂ ਦੁਨਿਆਵੀ ਇੱਛਾ ਹੁਣ ਮੈਨੂੰ ਲੁਭਾ ਨਹੀਂ ਸਕਦੀ। ਘਰ ਛੱਡਣ ਤੋਂ ਬਾਅਦ ਭਗਤ ਸਿੰਘ ਕਾਨਪੁਰ ਚਲੇ ਗਏ। ਉੱਥੇ ਆਪਣਾ ਨਾਮ ਬਲਵੰਤ ਸਿੰਘ ਰੱਖ ਕੇ ਕੁਝ ਦੇਰ ਪ੍ਰਤਾਪ ਪ੍ਰੈਸ 'ਚ ਕੰਮ ਕੀਤਾ। 1919 'ਚ ਭਗਤ ਸਿੰਘ ਹੋਣਾ ਨੇ ਜਲਿਆਂਵਾਲਾ ਬਾਗ ਅੰਮ੍ਰਿਤਸਰ ਦਾ ਦੌਰਾ ਕੀਤਾ, ਜਿੱਥੇ ਇੱਕ ਜਨ ਸਭਾ 'ਚ ਇਕੱਤਰ ਹੋਏ ਹਜ਼ਾਰਾਂ ਨਿਹੱਥੇ ਲੋਕਾਂ ਦੀ ਹੱਤਿਆ ਹੋਈ। ਇਸ ਖੂਨੀ ਸਾਕੇ ਦਾ ਭਗਤ ਸਿੰਘ ਹੋਣਾ ਦੇ ਮਨ ਤੇ ਡੂੰਘਾ ਅਸਰ ਪਿਆ। ਇਸ ਘਟਨਾ ਤੋਂ ਦੂਜੇ ਦਿਨ ਬਾਅਦ ਉਹ ਜਲਿਆਂਵਾਲਾ ਬਾਗ ਗਏ ਤੇ ਖੂਨ ਨਾਲ ਭਿੱਜੀ ਮਿੱਟੀ ਲੈ ਕੇ ਵਾਪਸ ਆਉਂਦੇ ਨੇ, ਔਰ ਇਸ ਘਟਨਾ ਨੇ ਉਹਨਾਂ ਦੇ ਮਨ ਵਿੱਚ ਅੰਗਰੇਜ਼ਾਂ ਪ੍ਰਤੀ ਵਿਦਰੋਹ ਨੂੰ ਜਗਾ ਦਿੱਤਾ। ਇਨਕਲਾਬ ਜ਼ਿੰਦਾਬਾਦ ਦਾ ਨਾਰਾ ਪਹਿਲੀ ਵਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਦਿੱਤਾ ਸੀ, ਜੋ ਅੱਗੇ ਚੱਲ ਕੇ ਦੇਸ਼ ਦਾ ਨਾਰਾ ਬਣਿਆ। ਉਹਨਾਂ ਦੀ ਮੌਤ ਨੇ, ਉਹਨਾਂ ਦੀ ਸ਼ਹੀਦੀ ਨੇ ਪੂਰੇ ਦੇਸ਼ ਵਿੱਚ ਦੇਸ਼ ਭਗਤੀ ਦੀ ਭਾਵਨਾ ਜਗਾ ਦਿੱਤੀ। ਅੱਜ ਵੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਾਡੇ ਦਿਲਾਂ 'ਚ ਜਿਉਂਦੇ ਨੇ। ਸੁਖਦੇਵ ਫਾਂਸੀ ਦੀ ਸਜ਼ਾ ਮਿਲਣ ਤੇ ਡਰਨ ਦੀ ਬਜਾਏ ਖੁਸ਼ ਸਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਸੁਖਦੇਵ ਹੋਣਾ ਨੇ ਭਗਤ ਸਿੰਘ ਨੂੰ ਅਸੈਂਬਲੀ ਹਾਲ ਵਿੱਚ ਬੰਬ ਸੁੱਟਣ ਦੇ ਲਈ ਰਾਜੀ ਕੀਤਾ ਸੀ। ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਵੱਲੋਂ ਅਸੈਂਬਲੀ 'ਚ ਬੰਬ ਸੁੱਟਣ ਦੇ ਲਈ ਬਟਕੇਸ਼ਵਰ ਦੱਤ ਨਾਲ ਕਿਸੇ ਹੋਰ ਵਿਅਕਤੀ ਦੀ ਚੋਣ ਕੀਤੀ ਗਈ ਸੀ, ਪਰ ਸੁਖਦੇਵ ਹੋਣਾ ਦੇ ਕਹਿਣ ਤੇ ਭਗਤ ਸਿੰਘ ਹੋਣਾ ਨੇ ਖੁਦ ਅਸੈਂਬਲੀ ਹਾਲ ਵਿੱਚ ਬੰਬ ਸੁੱਟਣ ਦਾ ਫੈਸਲਾ ਲਿਆ। ਸੁਖਦੇਵ ਹੋਣੀ ਬਚਪਨ ਦੇ ਦਿਨਾਂ ਤੋਂ ਹੀ ਕਾਫੀ ਸਖਤ ਸਨ। ਸਕੂਲ ਦੇ ਦਿਨਾਂ 'ਚ ਜਦੋਂ ਇੱਕ ਬ੍ਰਿਟਿਸ਼ ਫੌਜੀ ਅਧਿਕਾਰੀ ਨੂੰ ਸਲਾਮ ਨਾ ਕਰਨ ਕਰਕੇ ਉਹਨਾਂ ਨੂੰ ਸੋਟੀ ਨਾਲ ਕੁੱਟਿਆ ਗਿਆ ਤਾਂ ਉਹਨਾਂ ਨੇ ਹਾਏ ਤੱਕ ਨਾ ਕੀਤੀ। ਉਹਨਾਂ ਨੇ ਫੌਜੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਇਹ ਸਜ਼ਾ ਨੂੰ ਹੌਸਲੇ ਨਾਲ ਸਹਿਣ ਕੀਤਾ ਸੀ। ਸ਼ਿਵਰਾਮ ਹਰੀ ਰਾਜਗੁਰੂ ਬਹੁਤ ਘੱਟ ਉਮਰ 'ਚ ਵਾਰਾਣਸੀ ਆਏ, ਜਿੱਥੇ ਉਹਨਾਂ ਨੇ ਸੰਸਕ੍ਰਿਤੀ ਤੇ ਹਿੰਦੂ ਧਾਰਮਿਕ ਸ਼ਾਸਤਰਾਂ ਦਾ ਅਧਿਐਨ ਕੀਤਾ। ਵਾਰਾਣਸੀ 'ਚ ਹੀ ਉਹ ਭਾਰਤੀ ਕ੍ਰਾਂਤੀਕਾਰੀਆਂ ਦੇ ਸੰਪਰਕ 'ਚ ਆਏ। ਸੁਭਾਅ ਤੋਂ ਉਤਸ਼ਾਹੀ ਰਾਜਗੁਰੂ ਸੁਤੰਤਰਤਾ ਸੰਗਰਾਮ 'ਚ ਯੋਗਦਾਨ ਦੇਣ ਦੇ ਲਈ ਇਸ ਅੰਦੋਲਨ 'ਚ ਸ਼ਾਮਲ ਹੋਏ ਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਆਰਮੀ ਦੇ ਜ਼ਿੰਮੇਵਾਰ ਮੈਂਬਰ ਬਣ ਗਏ। ਰਾਜਗੁਰੂ ਮਹਾਤਮਾ ਗਾਂਧੀ ਦੇ ਅਹਿੰਸਕ ਅੰਦੋਲਨਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ, ਇਸ ਲਈ ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਆਰਮੀ 'ਚ ਸ਼ਾਮਲ ਹੋਏ, ਜਿਨ੍ਹਾਂ ਦਾ ਟੀਚਾ ਭਾਰਤ ਨੂੰ ਕਿਸੇ ਵੀ ਤਰ੍ਹਾਂ ਬ੍ਰਿਟਿਸ਼ ਸਰਕਾਰ ਤੋਂ ਆਜ਼ਾਦ ਕਰਵਾਉਣਾ ਸੀ। ਉਹਨਾਂ ਨੇ ਭਾਰਤ ਦੀ ਜਨਤਾ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਦੇ ਲਈ ਨੌਜਵਾਨਾਂ ਦੇ ਇਸ ਕ੍ਰਾਂਤੀਕਾਰੀ ਸੰਗਠਨ ਦੇ ਨਾਲ ਹੱਥ ਮਿਲਾਉਣ ਦਾ ਅਹਿਦ ਲਿਆ। ਰਾਜਗੁਰੂ ਨੂੰ ਉਹਨਾਂ ਦੀ ਨਿਡਰਤਾ,
ਸਾਹਸ ਲਈ ਜਾਣਿਆ ਜਾਂਦਾ ਹੈ। ਭਗਤ ਸਿੰਘ ਤੇ ਹੋਰ ਸਾਥੀ ਉਹਨਾਂ ਨੂੰ ਗਨਮੈਨ ਦੇ ਨਾਂ ਨਾਲ ਬੁਲਾਉਂਦੇ ਸਨ। 23 ਮਾਰਚ 1931 ਨੂੰ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ। ਇਹ ਅਮਰ ਸ਼ਹੀਦ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਜਿਉਂਦੇ ਰਹਿਣਗੇ ਤੇ ਇਹਨਾਂ ਦੀਆਂ ਕੁਰਬਾਨੀਆਂ ਨੂੰ ਸਾਡੀ ਪੰਜਾਬ ਮੇਲ USA ਦੀ ਟੀਮ ਵੱਲੋਂ ਕੋਟਨ ਕੋਟ ਪ੍ਰਣਾਮ।